ਹਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸ਼੍ਰੀ ਅੰਗਦ ਸੁਨੀਏ ਗੁਣ ਭਵਨੰ, ਆਗੈ ਕੀਨ ਗੁਰੂ ਪੁਨ ਗਵਨੰ। ਜਾਤ ਪੰਥ ਮਹਿ ਖੇਤ ਨਿਹਾਰਾ, ਪਾਕੇ ਚਨੇ ਖਰੇ ਇਕ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ, ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ, ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸ਼੍ਰੀ ਅੰਗਦ ਸੁਨੀਏ ਗੁਣ ਭਵਨੰ, ਆਗੈ ਕੀਨ ਗੁਰੂ ਪੁਨ ਗਵਨੰ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਗੁਰੂ ਨਾਨਕ ਦੇਵ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦਿਆਂ 9 ਖੰਡ ਪ੍ਰਿਥਵੀ ਦਾ ਭਰਮਣ ਕਰਦਿਆਂ ਪਹਿਲਾਂ ਕਸ਼ਮੀਰ ਆਏ। ਕਸ਼ਮੀਰ ਤੋਂ ਬਾਅਦ ਹਸਨ ਅਬਦਾਲ ਆਏ। ਹਸਨ ਅਬਦਾਲ ਤੋਂ ਬਾਅਦ ਸਤਿਗੁਰੂ ਕਾਬਲ ਗਏ। ਕਾਬਲ ਤੋਂ ਜਦੋਂ ਸਤਿਗੁਰੂ ਅੱਗੇ ਚੱਲੇ ਨੇ, ਇੱਥੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਰਸਤੇ ਦੇ ਵਿੱਚ
ਚਣੇ ਦਾ ਖੇਤ ਆਇਆ ਹੈ। ਕਿਸੇ ਜ਼ਿਮੀਂਦਾਰ ਨੇ ਛੋਲਿਆਂ ਦੀ ਖੇਤੀ ਬੀਜੀ ਹੈ ਔਰ ਉਹ ਛੋਲਿਆਂ ਦੀ ਜਿਹੜੀ ਫਸਲ ਹੈ ਉਹ ਪੱਕਣ ਦੇ ਨਜ਼ਦੀਕ ਹੈ। ਉਹਨਾਂ ਦੀਆਂ ਡੋਡੀਆਂ ਦੇ ਵਿੱਚ ਇਹ ਦਾਣੇ ਬਣ ਚੁੱਕੇ ਸਨ ਔਰ ਜਿਹੜੇ ਲੋਕ ਛੋਲਿਆਂ ਦੀ ਖੇਤੀ ਕਰਦੇ ਨੇ ਜਾਂ ਜਿੱਥੇ ਛੋਲਿਆਂ ਦੀ ਖੇਤੀ ਹੁੰਦੀ ਹੈ ਉੱਥੇ ਕਿਸ ਤਰ੍ਹਾਂ ਦਾ ਰਿਵਾਜ ਵੀ ਹੈ ਕਿ ਲੋਕ ਛੋਲਿਆਂ ਦੇ ਬੂਟਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਅੱਗ ਦੇ ਵਿੱਚ ਸੁੱਟ ਕੇ ਭੁੰਨ ਲੈਂਦੇ ਨੇ ਔਰ ਉਹ ਜਿਹੜੇ ਹਰੇ ਛੋਲੇ ਭੁੱਜ ਜਾਂਦੇ ਨੇ ਉਹਨਾਂ ਨੂੰ ਫਿਰ ਹੋਲਾ ਕਹਿੰਦੇ ਨੇ। ਉਹ ਇਸ ਤਰ੍ਹਾਂ ਹੀ ਹੈ ਜਿਵੇਂ ਅੱਜ ਅਸੀਂ ਕੋਈ ਚੀਜ਼ ਰੋਸਟ ਕਰਦੇ ਹਾਂ, ਸਾਡੇ ਕੋਲ ਓਵਨ ਆ ਗਏ, ਅਸੀਂ ਓਵਨ ਦੇ ਤਰੀਕੇ ਨਾਲ ਅਸੀਂ ਕੋਈ ਚੀਜ਼ ਰੋਸਟ ਕਰਦੇ ਹਾਂ, ਪਰ ਜਿਹੜਾ ਪੁਰਾਣਾ ਸਮਾਂ ਸੀ ਉਹ ਤਰੀਕਾ ਇਹੋ ਹੀ ਸੀ ਕਿ ਸਿੱਧਾ ਅੱਗ ਦੇ ਵਿੱਚ ਭੁੰਨ ਲਿਆ ਜਾਏ। ਚਣੇ ਦੀ ਖੇਤੀ ਵੇਖ ਕੇ ਭਾਈ ਮਰਦਾਨਾ ਜੀ ਇੱਛਾ ਪ੍ਰਗਟ ਕਰਦੇ ਨੇ ਕਿ ਬਾਬਾ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਚਣੇ ਦੇ ਬੂਟੇ ਪੁੱਟ ਕੇ ਮੈਂ ਇਹਨਾਂ ਦੀਆਂ ਹੋਲਾਂ ਬਣਾ ਕੇ ਚੱਬ ਲਵਾਂ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਪਿਖ ਮਰਦਾਨੇ ਹਿਰਦੈ ਲੁਭਾਇਆ, ਸ਼੍ਰੀ ਨਾਨਕ ਸੰਗ ਬੈਨ ਅਲਾਇਆ। ਸ਼੍ਰੀ ਅੰਗਦ ਸੁਣੀਏ ਗੁਣ ਪਵਨ। ਇਹ ਜਿਹੜੀ ਕਥਾ ਆਪਾਂ ਇੱਥੇ ਬੈਠ ਕੇ ਸੁਣ ਰਹੇ ਹਾਂ, ਜਿਹੜੀ ਕਥਾ ਅਸੀਂ ਇੱਥੇ ਬੰਗਲਾ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਬੈਠ ਕੇ ਸੁਣ ਰਹੇ ਹਾਂ, ਜਦੋਂ ਇਹ ਕਥਾ ਲਿਖੀ ਗਈ ਹੈ ਤਾਂ ਇਤਿਹਾਸ ਇਹ ਕਹਿੰਦਾ ਹੈ ਕਿ ਇਹ ਕਥਾ ਲਿਖੀ ਗਈ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਘਰ ਵਿੱਚ। ਇਸੇ ਕਰਕੇ ਜਿਹੜਾ ਉਹ ਇਹਨਾਂ ਸਾਖੀਆਂ ਦਾ ਸੋਮਾ ਹੈ ਉਹਨੂੰ ਭਾਈ ਬਾਲੇ ਦੀ ਸਾਖੀ ਕਹਿੰਦੇ ਨੇ, ਜਨਮ ਸਾਖੀ। ਹੋਇਆ ਇਹ ਸੀਗਾ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇੱਕ ਦਿਨ ਆਪਣੇ ਦਰਬਾਰ ਵਿੱਚ ਬਚਨ ਆਖੇ ਸਨ ਕਿ ਕੋਈ ਹੈ ਭਾਈ ਜਿਹੜਾ ਸਾਨੂੰ ਸਾਡੇ ਵੱਡੇ ਸਤਿਗੁਰਾਂ ਦੀ ਕਥਾ ਸੁਣਾਵੇ। ਵੱਡੇ ਸਤਿਗੁਰੂ ਕੌਣ ਨੇ? ਗੁਰੂ ਨਾਨਕ ਸਾਹਿਬ। तो इत्थे भी कवि जी ने उस चीज ਨੂੰ फिर दर्ज किया है कि श्री अंगद सुनिए गुण भवन। गुरु अंगद साहब सुनते सी, भाई बाला सुनाउंदा सी। आख्या हे महाराज, गुरु अंगद साहब ये कथा सुनो। आगे कीन गुरु पुन गवणन। काबल तो जदों अगे गुरु नानक साहब चले ने, हाँ जी, जात पंथ में, जात पंथ में खेल निहारा, पाके चने खरे एक सारा। रस्ते विच जांदियां जांदियां एक चने दा खेत वेखिया जिहड़ा पक्कण दे नज़दीक है। देखो हर खेती का एक तरीका है।
हर खेती दी एक टाइम लिमिट है। कोई चीज़ 6 महीने विच पकदी है, कोई 2-4 महीनों विच पकदी है, कोई उस तो छेती भी तैयार हो जाती है, कोई उस तो भी वध समा लगता है। जिवें गन्ने की खेती है, बहुत लंबा समा लगता है। जिवें चावल की खेती है, बड़े थोड़े समय हो जाती है। कणक की खेती है, इस तरह कपास की खेती है। जितनी भी खेतीबाड़ी, जितने करसानी दे कर्म ने, उन्हां सारियां दे करन दा तरीका, उन्हां दी टाइम लिमिट वक्री वक्री है। एक दिन किसी जिमींदार ने चने का खेत बोया होएगा, बीजिया होएगा, फिर उन्हां दे अंगूर फुटे होणगे, छोटे छोटे पौधे होणगे, फिर वड्डे होए, फिर उन्हां नूं फल लग्या। जिस वेले गुरु नानक साहब गए ने, पाके चने खरे एक सारा, तकरीबन खेत जिहड़ा सी वो पक्कण दे नज़दीक सी, पर खेत अजे खलोता होया है। किसी जिमींदार ने फसल नूं अजे कट्टिया नहीं है। हाँ जी। ਭਿਖ ਮਰਦਾਨੇ ਹਿਰਦੈ ਲੁਭਾਇਆ, ਸ਼੍ਰੀ ਨਾਨਕ ਸੰਗ ਬੈਨ ਅਲਾਇਆ। ਭਾਈ ਮਰਦਾਨਾ ਜੀ ਨੇ ਜਦੋਂ ਉਸ ਖੇਤ ਨੂੰ ਵੇਖਿਆ ਤੇ ਮਨ ਵਿੱਚ ਇੱਛਾ ਪ੍ਰਗਟ ਹੋਈ ਕਿ ਜੇ ਸਤਿਗੁਰੂ ਕਹਿਣ ਤੇ ਚਨੇ ਦਾ ਖੇਤ ਬੜਾ ਸੋਹਣਾ ਹੈ, ਬਿਲਕੁਲ ਪੱਕਣ ਦੇ ਨਜ਼ਦੀਕ ਹੈ, ਤੇ ਜੇ ਇਹਦੇ ਬੂਟੇ ਪੱਟ ਕੇ ਹੋਲਾਂ ਬਣਾਈਆਂ ਜਾਣ ਤੇ ਬੜੀਆਂ ਸੁੰਦਰ ਬਣਨਗੀਆਂ। ਇਹਦਾ ਕੋਈ ਬਹੁਤਾ ਔਖਾ ਤਰੀਕਾ ਨਹੀਂ ਹੈ, ਸਿਰਫ ਇਹੀ ਹੁੰਦਾ ਹੈ ਕਿ ਅੱਗ ਬਾਲਣੀ ਹੈ ਤੇ ਪੂਰੇ ਦੇ ਪੂਰੇ ਚਨੇ ਦੇ ਛੋਲਿਆਂ ਦੇ ਉਸ ਬੂਟੇ ਨੂੰ ਉਹਦੇ ਵਿੱਚ ਸੁੱਟ ਦੇਣਾ ਹੈ, ਕਿਉਂਕਿ ਉਹ ਸਾਰਾ ਹੀ ਕੱਚਾ ਹੁੰਦਾ ਹੈ, ਡੋਡੀਆਂ ਵੀ ਕੱਚੀਆਂ ਹੁੰਦੀਆਂ ਨੇ। ਤੇ ਅੱਗ ਕੀ ਕਰਦੀ ਹੈ ਵੀ ਡੋਡੀਆਂ ਨੂੰ ਤੇ ਉਹਨਾਂ ਬੂਟਿਆਂ ਨੂੰ ਉਹ ਕੱਚਾ ਭੁੰਨਾ ਜਿਹਾ ਕਰ ਦਿੰਦੀ ਹੈ। ਕੋ ਥੋੜੀਆਂ ਜ਼ਿਆਦਾ ਵੀ ਸੜ ਜਾਂਦੀਆਂ ਨੇ, ਕਿਉਂਕਿ ਉਹਦੀ ਕੋਈ ਹੋਰ ਤਕਨੀਕ ਤਾਂ ਕੋਈ ਹੁੰਦੀ ਨਹੀਂ। ਹਾਂ, ਇਹ ਜ਼ਰੂਰ ਹੁੰਦਾ ਵੀ ਜਿਹੜੇ ਜ਼ਿਆਦਾ ਭੁੰਨਣ ਵਾਲੇ ਐਕਸਪਰਟ ਹੁੰਦੇ ਨੇ, ਉਹ ਛੇਤੀ ਛੇਤੀ ਥੱਲੇ ਹੋਲਾਂ ਬਾਹਰ ਕੱਢੀ ਜਾਂਦੇ ਨੇ, ਤਾਂ ਕਿ ਲੱਕੜੀ ਦੇ ਕੋਲੇ ਨਾ ਬਣ ਜਾਣ, ਇਹ ਨਾ ਹੋਵੇ ਕੋ ਸੜ ਕੇ ਸੁਆਹ ਹੋ ਜਾਏ। ਭਾਈ ਮਰਦਾਨਾ ਜੀ ਦੇ ਮਨ ਵਿੱਚ ਲਾਲਚ ਆਇਆ ਕਿ ਕਿਉਂ ਨਾ ਹੋਵੇ ਮੈਂ ਹੋਲਾਂ ਭੁੰਨ ਕੇ ਚਬਾ ਲਵਾਂ। ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਹਾਂਜੀ। ਖੇਤ ਚਨਨ ਕੋ ਬਹੁ ਫਲ ਲਾਗਿਓ, ਹਿਤ ਚਾਵਨ ਮਮ ਮਨ ਅਨਰਾਗਿਓ। खेत चनन को बहु फल लागे। हुण ये बरानी खेती है। चने उस धरती ते हुंदे ने जिथे पानी की घाट हुंदी है, जिथे बहुता पानी नहीं हुंदा। बड़ियां सारियां फसलां उस देश विच हुंदियां ने। हुण बड़ी सोहनी चने की खेती वेखी है ते आख्या बाबा हित चाबन मम मन अनुरागियो। मेरे मन विच एक प्यार पैदा होया, इच्छा कि जे तुसी आग्या दिओ ते मैं छोलियां दे बूटे पुट के मैं होला भुन के चबा लवां। हाँ जी। आयस देहो सबूट उखारों, एठा अगन जगाए सवारों। ते आख्या बाबा जे हुक्म होवे ते इत्थे ही अग बाल के इत्थे ही भुन के इत्थे ही खा लवां। हाँ जी। सुन बिग से बेदी कुल दीपा, बैठ गए ते खेत समीपा। सतगुरु चलदे चलदे उत्थे ही बह गए। कहन लगे ठीक है, अगर मरदानिया तेरी ये इच्छा है तो ये भी ठीक है, असी बैठ जाने आ ते तू भाई इन्हां चनियां दे खेत विचों तू होला भुन ते छक लै। हाँ जी।
ਤਹ ਇੱਕ ਬਾਲਕ ਥੋ ਰਖਵਾਰਾ ਸ੍ਰੀ ਗੁਰ ਕੋ ਦਰਸ ਨਿਹਾਰਾ। ਤਿਹ ਇੱਕ ਬਾਲਕ ਥੋ ਰਖਵਾਰਾ। ਇੱਥੇ ਇੱਕ ਇਸ ਖੇਤ ਦੀ ਰਾਖੀ ਦੇ ਉੱਤੇ ਖੇਤ ਦੇ ਮਾਲਕ ਨੇ ਆਪਣੇ ਘਰ ਦੇ ਬੱਚੇ ਨੂੰ ਛੱਡਿਆ ਹੋਇਆ ਸੀ ਕਿ ਪੁੱਤਰ ਤੂੰ ਖੇਤ ਦੀ ਰਾਖੀ ਕਰਨੀ ਹੈ। ਕੋਈ ਮਨੁੱਖ ਵੀ ਨਾ ਖੇਤ ਦੇ ਵਿੱਚੋਂ ਬੂਟੇ ਪੁੱਟੇ, ਤੇ ਜਿਹੜੇ ਆਵਾਰਾ ਜਾਨਵਰ ਹੁੰਦੇ ਨੇ, ਪਸ਼ੂ ਹੁੰਦੇ ਨੇ, ਮਵਾਸੀ ਹੁੰਦੇ ਨੇ, ਉਹ ਵੀ ਇਹਨਾਂ ਖੇਤਾਂ ਨੂੰ ਨਾ ਉਜਾੜ ਦੇਣ। ਅੱਜ ਵੀ ਜਿਹੜੇ ਚਨੇ ਦੀ ਖੇਤੀ ਇੰਡੀਆ ਦੇ ਵਿੱਚ ਬਹੁਤੀ ਰਾਜਸਥਾਨ ਵਿੱਚ ਹੁੰਦੀ ਹੈ, ਪਰ ਇਸ ਪਾਸੇ ਨੀਲ ਗਾਵਾਂ, ਹਿਰਨ, ਇੱਦਾਂ ਦੇ ਜਾਨਵਰ ਵੀ ਬਹੁਤ ਹੁੰਦੇ ਨੇ, ਔਰ ਉਹ ਇਹਨਾਂ ਖੇਤਾਂ ਨੂੰ ਉਜਾੜ ਵੀ ਦਿੰਦੇ ਨੇ। ਪਰ ਸਤਿਗੁਰੂ ਤਾਂ ਉੱਧਰ ਗਏ ਸੀ, ਕਾਬਲ ਵਾਲੇ ਪਾਸੇ। ਹੁਣ ਉਹ ਛੋਟਾ ਜਿਹਾ ਬੱਚਾ ਸਿਰਫ ਇਸ ਕਰਕੇ ਖੇਤ ਦੀ ਰਾਖੀ ਬੈਠਾ ਹੈ ਕਿ ਕੋਈ ਜਾਨਵਰ, ਕੋਈ ਮਨੁੱਖ ਉਹਨਾਂ ਦੀ ਬਿਲਕੁਲ ਪੱਕਣ ਵਾਲੀ ਖੇਤੀ ਨੂੰ ਉਜਾੜੇ ਨਹੀਂ, ਖਰਾਬ ਨਾ ਕਰੇ, ਪੁੱਟੇ ਨਹੀਂ। ਹਾਂਜੀ। ਹਿਰਦਾ ਨਿਰਮਲ ਭਇਓ ਵਿਸਾਲਾ ਅਸ ਕਾਰਜ ਕੀਨੋ ਤੇ ਕਾਲਾ। ਉਹ ਬੱਚਾ ਜਿਹੜਾ ਸੀ ਬਹੁਤ ਨਿਰਮਲ ਹਿਰਦੇ ਦਾ ਬੱਚਾ ਸੀ। ਉਹਨੇ ਵੇਖਿਆ 2-3 ਮੁਸਾਫਰ ਨੇ, ਤੇ ਸ਼ਾਇਦ ਉਹਨੇ ਵੇਖਿਆ ਹੋਏਗਾ ਕਿ ਭਾਈ ਮਰਦਾਨਾ ਖੇਤ ਵਿੱਚ ਵੜਿਆ, ਬੂਟੇ ਪੁੱਟਣ ਲੱਗਾ। ਤਾਂ ਬਾਲਕ ਨੇ ਕਿਹਾ ਜੀ ਤੁਸੀਂ ਬੈਠੋ, ਇਹ ਮੇਰਾ ਖੇਤ ਹੈ, ਮੈਂ ਹੀ ਪੁੱਟ ਦੇਣਾ। ਉਸ ਬੱਚੇ ਦਾ ਕਵੀ ਜੀ ਕਹਿੰਦੇ ਨੇ ਹਿਰਦਾ ਨਿਰਮਲ ਸੀ। ਹਿਰਦਾ ਨਿਰਮਲ ਭਇਓ ਬਸਾਲਾ ਅਸ ਕਾਰਜ ਕੀਨੋ ਤੇ ਕਾਲਾ। ਇਹ ਕੰਮ ਫਿਰ ਉਹਨੇ ਆਪ ਕੀਤਾ। ਉਹ ਕਹਿੰਦਾ ਜੀ ਤੁਸੀਂ ਬੈਠੋ, ਤੁਹਾਨੂੰ ਪੁੱਟਣ ਦੀ ਕੀ ਲੋੜ ਹੈ, ਮੈਂ ਹੀ ਪੁੱਟ ਕੇ ਦੇ ਦੇਣਾ। ਹਾਂਜੀ। ਆਪਣੇ ਕਰ ਸੋਂ ਬੂਟ ਉਖਾਰੇ ਪਾਵਕ ਬਾਰੀ ਖਰੇ ਸਵਾਰੇ। ਉਹਨੇ ਬੂਟੇ ਵੀ ਆਪ ਪੁੱਟੇ, ਬੱਚੇ ਨੇ ਅੱਗ ਵੀ ਆਪ ਬਾਲੀ, ਉਹਨਾਂ ਬੂਟਿਆਂ ਤੋਂ ਹੋਲਾਂ ਵੀ ਆਪ ਭੁੰਨੀਆਂ। ਹਾਂਜੀ। ਸ਼੍ਰੀ ਗੁਰ ਆਗੇ ਧਰੇ ਸੁਜਾਈ ਬੈਠਿਓ ਨਿਕਟ ਆਪ ਹਿਤ ਲਾਈ। ਇਸ ਤਰ੍ਹਾਂ ਸ਼੍ਰੀ ਗੁਰ ਆਗੇ ਧਰੇ ਸੁਜਾਈ। ਜਦੋਂ ਹੋਲਾਂ ਭੁੱਜ ਗਈਆਂ ਤੇ ਉਹਦੇ ਵਿੱਚੋਂ ਭੁੱਜੀਆਂ ਹੋਈਆਂ ਹੋਲਾਂ ਜਿਹੜੀਆਂ ਡੋਡੀਆਂ ਭੁੱਜੀਆਂ ਸੀ ਅੱਗ ਵਿੱਚ, ਉਹ ਬਾਹਰ ਕੱਢ ਲਈਆਂ। ਇਹਦੀ ਵੀ ਇੱਕ ਤਰੀਕਾ ਹੈ। ਜੇ ਆਪਾਂ ਕਹਿੰਦੇ ਕਿ ਹਰ ਬੰਦਾ ਕਰ ਲੇਗਾ, ਨਹੀਂ, ਹਰ ਬੰਦੇ ਕੋਲੋਂ ਜਾਂ ਤੇ ਕੱਚੀਆਂ ਰਹਿ ਜਾਣਗੀਆਂ ਤੇ ਜਾਂ ਬਿਲਕੁਲ ਹੀ ਸੜ ਕੇ ਸੁਆਹ ਹੋ ਜਾਣਗੀਆਂ। ਹੁਣ ਬੱਚਾ ਉਸ ਪਰਿਵਾਰ ਦਾ ਬੱਚਾ ਸੀ, ਜਿਹੜੇ ਪਰਿਵਾਰ ਵਿੱਚ ਖੇਤੀ ਹੁੰਦੀ ਹੈ। ਉਹਨੇ ਬੜੇ ਸੋਹਣੇ ਤਰੀਕੇ ਨਾਲ ਹੋਲਾਂ ਭੁੰਨੀਆਂ, ਅੱਗ ਦੇ ਵਿੱਚੋਂ ਬਾਹਰ ਕੱਢੀਆਂ, ਤੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕ ਦਿੱਤੀਆਂ। ਹਾਂਜੀ। ਸ਼੍ਰੀ ਪ੍ਰਭ ਕਹੈ ਲਿਹੋ ਮਰਦਾਨੇ ਚਾਹਤ ਜਹਿਰ ਦੇ ਕਰੋ ਸਿਖਾਨੇ। ਸਤਿਗੁਰੂ ਕਹਿਣ ਲੱਗੇ ਲੈ ਮਰਦਾਨਿਆ, ਤੇਰੀ ਤਾਂ ਇੱਛਾ ਪੂਰੀ ਹੋ ਗਈ ਬਈ। ਮਰਦਾਨਾ ਜੀ ਤੁਸੀਂ ਛਕੋ, ਮਨ ਜਿੰਨਾ ਮਨ ਕਰਦਾ ਤੁਹਾਡਾ, ਤੁਸੀਂ ਖਾ ਕੇ ਤ੍ਰਿਪਤ ਹੋਵੋ। ਹਾਂਜੀ। ਆਇਸ ਮਾਨੀ ਕੀਨ ਚਬੀਣਾ ਸਰਬ ਨਿਬੇਰ ਸਵਾਦ ਬਹੁਲੀਣਾ। ਆਇਸ ਮਾਨੀ ਕੀਨ ਚਬੀਣਾ। ਗੁਰੂ ਜੀ ਦਾ ਬਚਨ ਮੰਨਿਆ ਤੇ ਚੌਕੜੀ ਮਾਰ ਕੇ ਹੋਲਾ ਚੱਬ ਲਈਆਂ। ਸਰਬ ਨਿਬੇਰ ਸਵਾਦ ਬਹੁਲੀਣਾ। ਉਹ ਇੰਨੀਆਂ ਸਵਾਦਿਸ਼ਟ ਸੀ ਕਿ ਸਾਰੀਆਂ ਹੀ ਮੁਕਾ ਦਿੱਤੀਆਂ। ਜਾਂ ਇਉਂ ਕਹਿ ਲਈਏ ਕਿ ਭਾਈ ਮਰਦਾਨਾ ਜੀ ਖਾ ਕੇ ਛਕ ਕੇ ਬੜੇ ਆਨੰਦਿਤ ਹੋਏ। ਹਾਂਜੀ। ਪੁਨ ਬਾਲਕ ਕੇ ਅਸ ਉਰਿਆਈ ਕਛ ਭੋਜਨ ਆਨੋ ਘਰ ਜਾਈ। ਪੁਨ ਬਾਲਕ ਕੇ ਅਸ ਉਰ ਆਈ। ਜਦੋਂ ਭਾਈ ਮਰਦਾਨਾ ਜੀ ਨੇ ਤੇ ਹੋਲਾ ਚੱਬ ਲਈਆਂ, ਸਤਿਗੁਰਾਂ ਨੇ ਨਹੀਂ ਚੱਬੀਆਂ। ਉਹ ਜਿਹੜਾ ਨਿਰਮਲ ਹਿਰਦੇ ਵਾਲਾ ਬਾਲਕ ਸੀ, ਉਹ ਚਾਹੁੰਦਾ ਹੈ ਕਿ ਮੈਂ ਘਰ ਜਾਵਾਂ ਤੇ ਘਰੋਂ ਮੈਂ ਇਹਨਾਂ ਰਾਹਗੀਰਾਂ ਵਾਸਤੇ, ਸਾਧੂਆਂ ਵਾਸਤੇ ਕੋਈ ਛਕਣ ਲਈ
ਕੋਈ ਪਦਾਰਥ ਲੈ ਕੇ ਆਵਾਂ, ਕੋਈ ਭੋਜਨ ਲੈ ਕੇ ਆਵਾਂ ਵੀ ਇੱਕ ਨੇ ਛਕਿਆ ਬਾਕੀ ਤੇ ਭੁੱਖੇ ਬੈਠੇ ਨੇ ਦੋਵੇਂ। ਹਾਂਜੀ। ਦੇਵੋ ਸੰਤਨ ਅਹੈ ਛੁਧਾ ਤੁਰ ਕਰ ਵਿਚਾਰ ਤਬ ਚਲਨ ਲੱਗਾ ਘਰ। ਉਹਦੇ ਮਨ ਵਿੱਚ ਇਹ ਸੀ ਵੀ ਇਹ ਜ਼ਰੂਰ ਭੁੱਖੇ ਬੈਠੇ ਹੋਣਗੇ, ਇਹਨਾਂ ਨੂੰ ਨਾ ਚੰਗੀਆਂ ਲੱਗਦੀਆਂ ਹੋਣਗੀਆਂ, ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਹਾਨੂੰ ਖਾਣ ਨੂੰ ਚੰਗਾ ਲੱਗਦਾ ਮੈਨੂੰ ਵੀ ਲੱਗੇ, ਜੋ ਮੈਨੂੰ ਲੱਗਦਾ ਉਹ ਤੁਹਾਨੂੰ ਵੀ ਲੱਗਦਾ ਹੋਵੇ, ਜ਼ਰੂਰੀ ਨਹੀਂ ਹੈ। ਅੱਜ ਤਾਂ ਇਸ ਇਲੈਕਟ੍ਰੋਨਿਕ ਮੀਡੀਆ ਨੇ ਇਸ ਦੁਨੀਆ ਬਹੁਤ ਛੋਟੀ ਕਰ ਦਿੱਤੀ ਹੈ। ਬੜੀਆਂ ਸਾਰੀਆਂ ਚੀਜ਼ਾਂ ਬੜੇ ਸਾਰੇ ਮੁਲਕਾਂ ਦੇ ਲੋਕ ਬੜੇ ਸਵਾਦਿਸ਼ਟ ਤਰੀਕੇ ਨਾਲ ਖਾਂਦੇ ਨੇ, ਤੇ ਬੜੇ ਸਾਰੇ ਮੁਲਕਾਂ ਦੇ ਲੋਕ ਉਹਨਾਂ ਨੂੰ ਖਾਂਦਿਆਂ ਖਾਂਦਿਆਂ ਵੇਖ ਕੇ ਵੀ ਐਵੇਂ ਆਪਣਾ ਮੂੰਹ ਮਾੜਾ ਬਣਾਈ ਜਾਂਦੇ ਨੇ। ਉਹਨਾਂ ਨੂੰ ਅਲਕਤ ਆਉਂਦੀ ਹੈ, ਖਿਝ ਆਉਂਦੀ ਹੈ ਵੀ ਇਹ ਕੀ ਖਾਈ ਜਾਂਦੇ ਨੇ, ਕਿਉਂਕਿ ਖਾਣ ਵਿੱਚ ਲੋਕ ਸੱਪ ਵੱਢ ਕੇ ਵੀ ਉਹਦਾ ਸੂਪ ਪੀ ਜਾਂਦੇ ਨੇ। ਆ ਜਿਹੜੇ ਕਾਕਰੋਚ ਨੇ ਲੋਕ ਉਹਨਾਂ ਨੂੰ ਭੁੰਨ ਕੇ ਵੀ ਖਾਈ ਜਾਂਦੇ ਨੇ। ਅਜੀਬੋ ਗਰੀਬ ਸਾਡੇ ਮੁਲਕ ਵਿੱਚ ਬਿੱਲੀ ਚੂਹਾ ਖਾਂਦੀ ਹੋਵੇ ਤੇ ਸਾਨੂੰ ਹਲਕਤ ਆਉਂਦੀ ਹੈ। ਕਈ ਮੁਲਕ ਐਸੇ ਨੇ ਚੂਹਾ ਲੱਭ ਕੇ ਖਾਂਦੇ ਨੇ। ਇਹ ਸਭ ਦੀ ਆਪਣੀ ਆਪਣੀ ਉਸ ਧਰਤੀ ਦੀ ਕਹਿ ਲਈਏ, ਉਸ ਇਲਾਕੇ ਦੀ ਕਹਿ ਲਈਏ, ਉੱਥੋਂ ਦੇ ਲੋਕਾਂ ਦੀ ਆਪਣੀ ਆਪਣੀ ਇਹ ਜੀਵਨ ਜਾਚ ਹੈ। ਬੱਚੇ ਦੇ ਮਨ ਵਿੱਚ ਆਇਆ ਵੀ ਇੱਕ ਨੇ ਇਸ ਸਾਧੂ ਨੇ ਤੇ ਹੋਲਾ ਚੱਬ ਲਈਆਂ ਨੇ, ਬਾਕੀ ਭੁੱਖੇ ਹੋਣਗੇ। ਪੁੰਨ ਬਾਲਕ ਕੇ ਅਸ ਉਰ ਆਈ, ਕਛ ਭੋਜਨ ਆਨੋ ਘਰ ਜਾਈ, ਦੇਵੋ ਸੰਤਨ ਅਹੈ ਸ਼ੁਧਾਤਰ। ਮੈਂ ਸੰਤਾਂ ਨੂੰ ਲਿਆ ਕੇ ਦਿਆਂ, ਇਹ ਭੁੱਖੇ ਹੋਣਗੇ। ਕਰ ਵਿਚਾਰ ਤਬ ਚੱਲਣ ਲੱਗਾ ਘਰ। ਉਹਦੇ ਮਨ ਵਿੱਚ ਇੱਕ ਫੁਰਨਾ ਆਇਆ ਤੇ ਘਰ ਨੂੰ ਤੁਰਨ ਲੱਗਿਆ। ਹੁਣ ਖੇਤਾਂ ਵਿੱਚ ਸਤਿਗੁਰੂ ਬੈਠੇ ਸੀ, ਹੁਣ ਉਹ ਘਰ ਨੂੰ ਜਦੋਂ ਤੁਰੇਗਾ ਖੇਤ ਛੱਡ ਕੇ, ਤਾਂ ਇਹ ਗੱਲ ਤਾਂ ਸਮਝ ਆਏਗੀ ਨਾ ਕਿ ਇਹ ਬੱਚਾ ਅਗਰ ਖੇਤ ਛੱਡ ਕੇ ਕਿਤੇ ਜਾ ਰਿਹਾ ਹੈ ਤੇ ਘਰ ਜਾਏਗਾ, ਖੇਤ ਹੀ ਇਹਦਾ। ਮੁਮਨ ਇਹ ਹੁੰਦਾ ਵੀ ਜਾਂ ਆਪਾਂ ਘਰ ਜਾਣੇ ਜਾਂ ਘਰ ਤੋਂ ਖੇਤ ਜਾਣੇ ਆ। ਜਿਵੇਂ ਕੋਈ ਕਾਰੋਬਾਰ ਵਾਲਾ ਬੰਦਾ ਜਾਂ ਘਰ ਜਾਏਗਾ ਜਾਂ ਆਪਣੀ ਹੱਟੀ ਤੇ ਜਾਏਗਾ। ਨੌਕਰੀ ਵਾਲੇ ਦਾ ਵੀ ਇਹੀ ਏਮ ਹੁੰਦਾ, ਜਾਂ ਉਹ ਨੌਕਰੀ ਤੋਂ ਘਰ ਨੂੰ ਜਾ ਰਿਹਾ ਹੋਏਗਾ ਤੇ ਜਾਂ ਘਰ ਤੋਂ ਨੌਕਰੀ ਵੱਲ ਜਾਏਗਾ ਜਾਂ ਨੌਕਰੀ ਤੋਂ ਘਰ ਵੱਲ ਜਾਏਗਾ। ਸਤਿਗੁਰੂ ਜੀ ਨੇ ਵੇਖਿਆ। ਹਾਂਜੀ। ਬੂਝਨ ਕੀਨ ਪ੍ਰਭੂ ਨੇ ਤਬ ਹੀ, ਕਹਾਂ ਚਲਿਓ ਬਾਲਕ ਤੂੰ ਅਬ ਹੀ। ਸਤਿਗੁਰੂ ਜੀ ਨੇ ਆਵਾਜ਼ ਮਾਰੀ, ਬਾਲਕ ਹੁਣ ਕਿੱਥੇ ਚੱਲਿਆ ਬਈ ਤੂੰ? ਤੇਰਾ ਖੇਤ ਹੈ, ਤੂੰ ਖੇਤ ਦੀ ਰਾਖੀ ਬੈਠਾ ਸੀ, ਹੁਣੇ ਤੂੰ ਹੋਲਾ ਭੁੰਨ ਕੇ ਦਿੱਤੀਆਂ ਨੇ ਤੇ ਹੁਣ ਕਿੱਥੇ ਚੱਲਿਆ? ਉਸ ਬਾਲਕ ਨੂੰ ਆਵਾਜ਼ ਮਾਰ ਕੇ ਸਤਿਗੁਰੂ ਜੀ ਪੁੱਛਦੇ ਨੇ। ਹਾਂਜੀ। ਹਾਥ ਬੰਦ ਕਹਿ ਮੈਂ ਘਰ ਜਾਵਾਂ, ਹੇਤ ਤੁਮਾਰੇ ਭੋਜਨ ਲਿਆਵਾਂ। ਕਹਿਣ ਲੱਗਾ ਜੀ ਮੈਂ ਘਰ ਚੱਲਿਆ ਇਸ ਕਰਕੇ ਵੀ ਤੁਹਾਡੇ ਵਾਸਤੇ ਭੋਜਨ ਲੈ ਕੇ ਆਵਾਂ, ਤੁਸੀਂ ਭੁੱਖੇ ਬੈਠੇ ਹੋ, ਤੁਹਾਡੇ ਵਾਸਤੇ ਕੋਈ ਖਾਣ ਲਈ ਕੋਈ ਪਦਾਰਥ, ਕੋਈ ਪ੍ਰਸ਼ਾਦਾ ਲੈ ਕੇ ਆਵਾਂ। ਹਾਂਜੀ। ਆਪ ਸੰਤ ਸੁਖ ਦੇਹੋ ਕਨੇਰਾ, ਪਾਵੋ ਬਦਨ ਭਲਾ ਹੋਏ ਮੇਰਾ। ਤੁਸੀਂ ਰੱਬ ਦੇ ਸੰਤ ਹੋ, ਤੁਹਾਡਾ ਭੇਖ ਪਹਿਰਾਵਾ ਦੱਸਦਾ ਹੈ। ਜਿਸ ਕਦਰ ਤੁਸੀਂ ਸ਼ਾਂਤ ਬੈਠੇ ਹੋ, ਕਹਿਣ ਲੱਗਾ ਜੀ ਮੇਰਾ ਮਨ ਹੈ ਕਿ ਆਪ ਸੰਤ ਸੁਖ ਦੇਹੋ ਕਨੇਰਾ। ਅਗਰ ਮੈਂ ਤੁਹਾਡੀ ਸੇਵਾ ਕਰਾਂਗਾ ਤੇ ਤੁਹਾਡੇ ਤੋਂ ਮੈਨੂੰ ਬੜਾ ਸੁੱਖ ਮਿਲੇਗਾ। ਤੁਹਾਡੀ ਸੇਵਾ ਮੇਰੀ ਕਰਾਂਗਾ ਤੇ ਮੇਰੀ ਸਫਲੀ ਹੋਏਗੀ, ਤੁਹਾਡੀ ਸੇਵਾ ਕਰਾਂਗਾ ਤੇ ਉਹਦਾ ਮੈਨੂੰ ਪੁੰਨ ਫਲ ਮਿਲੇਗਾ। ਪਾਵੋ ਬਦਨ ਭਲਾ ਹੋਏ ਮੇਰਾ। ਜਦੋਂ ਤੁਸੀਂ ਮੁਖ ਤੋਂ ਬਚਨ ਆਖੋਗੇ ਤੇ ਉਹਦੇ ਨਾਲ ਮੈਨੂੰ ਬੜਾ ਸੁੱਖ ਮਿਲੇਗਾ, ਮੇਰਾ ਭਲਾ ਹੋਏਗਾ।
ਭਲੇ ਤੋਂ ਭਾਵ ਹੁੰਦਾ ਹੈ ਕਿ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਉਹ ਖੁਸ਼ੀਆਂ ਵਾਲੀ ਹੋਏਗੀ ਮੇਰੀ। ਹਾਂਜੀ। ਤਿਹ ਕੇ ਉਰ ਕੋ ਭਾਉ ਲਖਾਨਾ, ਕਿਰਪਾ ਧਾਰ ਗੁਰ ਬਚਨ ਬਖਾਨਾ। ਸਤਿਗੁਰੂ ਜੀ ਨੇ ਉਸ ਬੱਚੇ ਦੇ ਪਿਆਰ ਨੂੰ, ਸ਼ਰਧਾ ਨੂੰ, ਭਾਵਨਾ ਨੂੰ, ਉਹਦੇ ਸਮਰਪਣ ਨੂੰ ਵੇਖਿਆ। ਇੱਕ ਚੀਜ਼ ਨਹੀਂ ਹੈ, ਵੇਖੋ ਸ਼ਰਧਾ ਤੇ ਹੀ ਹੈ ਵੀ ਤੁਸੀਂ ਚੌਕੜੀ ਮਾਰ ਕੇ ਕੋਲ ਬੈਠੇ ਰਹੋ। ਤੁਸੀਂ ਕਈਆਂ ਦੇ ਘਰ 'ਚ ਜਾਓਗੇ ਨਾ, ਉਹ ਬੜਾ ਹੀ ਚਾਅ ਕਰਨਗੇ, ਫਿਰ ਤੁਹਾਡੇ ਕੋਲ ਬੈਠੇ ਰਹਿਣਗੇ। ਤੇ ਜਦੋਂ ਤੁਸੀਂ ਕਹੋਗੇ ਵੀ ਪਾਣੀ ਮਿਲ ਸਕਦਾ, ਉਹ ਫਿਰ ਕਹਿਣਗੇ ਓਹੋ ਭਾਈ ਸਾਹਿਬ ਗਲਤੀ ਹੋ ਗਈ, ਇਸ ਤੇ ਭੁੱਲ ਹੀ ਗਏ ਵੀ ਤੁਹਾਨੂੰ ਪਾਣੀ ਵੀ ਪੁੱਛਣਾ ਹੈ, ਪਾਣੀ ਵੀ ਪਿਆਉਣਾ ਹੈ। ਇਹਦਾ ਅਰਥ ਕੀ ਹੈ? ਉਹਨਾਂ ਦਾ ਪਿਆਰ ਇੰਨਾ ਸੀ ਕਿ ਪਿਆਰ ਦੇ ਵਿੱਚ ਜਿਹੜੀਆਂ ਬਾਕੀ ਗੱਲਾਂ ਸੀ ਉਹ ਭੁੱਲ ਹੀ ਗਏ। ਫਿਰ ਉਹ ਕੇਵਲ ਪਾਣੀ ਨਹੀਂ ਲਿਆਉਣਗੇ, ਚਾਹ ਦੁੱਧ ਵੀ ਲਿਆਉਣਗੇ, ਪ੍ਰਸ਼ਾਦਾ ਵੀ ਬਣਾਉਣਗੇ। ਤੋ ਇਹ ਜਿਹੜਾ ਬੱਚਾ ਸੀ, ਇਸ ਬੱਚੇ ਦੀ ਭਾਵਨਾ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਿਆ। ਜਦੋਂ ਭਾਵਨਾ ਨੂੰ ਸਮਝਿਆ, ਕਿਰਪਾ ਧਾਰ ਗੁਰ ਬਚਨ ਬਖਾਨਾ, ਤੇ ਕੇ ਉਰ ਕੋ ਭਾਉ ਲਖਾਨਾ। ਉਹਦੇ ਅੰਦਰ ਦਾ ਜਿਹੜਾ ਪਿਆਰ ਹੈ ਉਹਨੂੰ ਵੇਖਿਆ ਵੀ ਇਹਦੇ ਅੰਦਰ ਤੇ ਬਹੁਤ ਪਿਆਰ ਹੈ। ਇਹਨੇ ਤੇ ਬਿਲਕੁਲ ਨਹੀਂ ਸੋਚਿਆ ਵੀ ਇਹ ਬੈਠੇ ਸੀ, ਮੈਂ ਇਹਨਾਂ ਨੂੰ ਛੋਲੇ ਭੁੰਨ ਕੇ, ਹੋਲਾ ਭੁੰਨ ਕੇ ਦਿੱਤੀਆਂ ਨੇ। ਕਈ ਵਾਰੀ ਅਸੀਂ ਨਾ, ਜਦੋਂ ਘਰ ਸਾਡੇ ਮਹਿਮਾਨ ਆਵੇ, ਅਸੀਂ ਸੇਵਾ ਕਰਦੇ ਹਾਂ, ਤੇ ਸੇਵਾ ਕਰਨ ਤੋਂ ਬਾਅਦ ਫਿਰ ਉਹ ਥੋੜ੍ਹੀ ਜਿਹੀ ਕੈਲਕੂਲੇਸ਼ਨ 'ਚ ਪੈ ਜਾਈਦਾ ਵੀ ਰੁਪਈਆ 400-500 ਲੱਗ ਗਿਆ, ਵੀ ਪਤਾ ਨਹੀਂ ਹੁਣੇ ਜਾਣਗੇ ਕਿ ਰਹਿਣਗੇ। ਜੇ ਰਹਿ ਤੇ ਫਿਰ 200-400 ਦਾ ਸਮਾਨ ਸਵੇਰੇ ਵੀ ਆਏਗਾ। ਉਹ ਬੱਚੇ ਦੇ ਮਨ 'ਚ ਇਹ ਨਹੀਂ ਆਇਆ ਵੀ ਇਹ ਹੁਣ ਚਲੇ ਜਾਣ ਤੇ ਠੀਕ ਹੈ, ਨਹੀਂ ਤੇ ਜੇ 10 ਬੂਟੇ ਹੁਣ ਪੁੱਟੇ ਨੇ, ਸਵੇਰੇ 10 ਫਿਰ ਪੁੱਟ ਕੇ ਕਹਿਣਗੇ ਹੋਰ ਹੋਲਾ ਬਣਾ ਕਾਕਾ। ਉਹਦਾ ਭਾਵ ਹੀ ਜ਼ਿਆਦਾ ਸੀ। ਇਸ ਭਾਵ ਨੂੰ ਵੇਖ ਕੇ ਸਤਿਗੁਰੂ ਜੀ ਨੇ ਇੱਕ ਬਚਨ ਉਚਾਰੇ ਨੇ ਕਿ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ, ਆਓ ਬਹੋ ਸੁਲਤਾਨ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਇਹ ਕਿਵੇਂ ਹੈ ਜਿਵੇਂ ਕਵਿਤਾ ਦੀਆਂ 2 ਸਤਰਾਂ ਹੁੰਦੀਆਂ ਨੇ, ਪਰ ਇਹਨਾਂ ਦਾ ਭਾਵ ਇਹ ਸੀਗਾ ਕਿ ਭਾਈ ਤੇਰਾ ਤੇ ਸੱਥਰ ਹੀ ਚੰਗਾ ਸਾਨੂੰ। ਸੱਥਰ ਕੀ ਹੁੰਦਾ ਹੈ? ਜਦੋਂ ਕਿਸੇ ਦੇ ਘਰ ਕੋਈ ਮਰ ਜਾਏ ਨਾ, ਤੇ ਲੋਕ ਜ਼ਮੀਨ ਤੇ ਬੈਠਦੇ ਨੇ, ਫਿਰ ਕੋਈ ਸੋਫੇ ਤੇ ਨਹੀਂ ਬੈਠਦਾ, ਪਲੰਘ ਤੇ ਨਹੀਂ ਬੈਠਦਾ, ਧਰਤੀ ਤੇ ਬੈਠਦੇ ਨੇ। ਉਸ ਵੇਲੇ ਜਿਹੜਾ ਥੱਲੇ ਕੱਪੜਾ ਵਿਛਾਇਆ ਜਾਂਦਾ ਹੈ, ਕੋਈ ਚਟਾਈ, ਕੋਈ ਕੰਬਲ, ਕੋਈ ਤੱਪੜ, ਕੋਈ ਦਰੀ, ਉਹਨੂੰ ਸੱਥਰ ਕਹਿੰਦੇ ਨੇ। ਜਿਹੜੀ ਚੀਜ਼ ਸਾਧ ਮੁਰਾਦੀ ਭਾਵ, ਸਤਿਗੁਰੂ ਕਹਿਣ ਲੱਗੇ ਭਾਈ ਤੇਰਾ ਤੇ ਇਹ ਜਿਹੜਾ ਸੱਥਰ ਹੈ ਤੇ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਕਹਿੰਦੇ ਤੇਰਾ ਪਿਆਰ ਹੀ ਸਾਡੇ ਲਈ ਭੋਜਨ ਹੈ। ਤੇਰਾ ਇਹ ਸੱਥਰ ਹੀ ਜਿਹੜਾ ਸਾਡੇ ਵਾਸਤੇ ਇਹ ਹੀ ਲੇਫ ਹੈ, ਇਹ ਵਿਛਾਉਣਾ ਹੈ, ਇਹ ਹੀ ਸਾਡੇ ਉੱਤੇ ਲੈਣ ਵਾਲੀ ਰਜਾਈ ਹੈ। ਬੜੇ ਸਾਰੇ ਇਲਾਕਿਆਂ ਦੇ ਵਿੱਚ ਰਜਾਈ ਨੂੰ ਲੇਫ ਕਹਿੰਦੇ ਨੇ। ਜਿਵੇਂ ਤਲਾਈਆਂ ਹੋ ਗਈਆਂ, ਲੇਫ ਹੋ ਗਏ, ਦਰੀਆਂ ਹੋ ਗਈਆਂ, ਖੇਸ ਹੋ ਗਏ। ਉਹਨਾਂ ਦੀ ਬਣਾਵਟ ਵੀ ਹੋਰ ਹੁੰਦੀ, ਉਹਨਾਂ ਦੇ ਨਾਮ ਵੀ ਹੋਰ ਹੁੰਦੇ ਨੇ। ਹੁਣ ਆਪਾਂ ਸ਼ਹਿਰਾਂ 'ਚ ਕੰਬਲਾਂ ਦੇ ਵਿੱਚ ਰਹਿਣ ਵਾਲੇ, ਸਾਨੂੰ ਤਾਂ ਰਜਾਈ ਵੀ ਮਿਲੇ ਤੇ ਉਹ ਜੈਪੁਰੀ ਹੁੰਦੀ ਹੈ, ਐਵੇਂ ਪਤਲੀ ਜੀ ਲੋਕ ਏਸੀ 'ਚ ਲੈ ਕੇ ਸੁੱਤੇ ਰਹਿੰਦੇ ਨੇ। ਇਹ ਲੇਫ ਹੁੰਦੀ ਜਿਸ 'ਚ ਚੰਗਾ ਰੂੰ ਪਾ ਕੇ ਰਜਾਈ ਬਣਾਈ ਜਾਵੇ। ਸਤਿਗੁਰੂ ਜੀ ਕਹਿਣ ਲੱਗੇ ਭਾਈ ਤੇਰਾ ਸੱਥਰ ਹੀ ਜਿਹੜਾ ਸਾਡੇ ਵਾਸਤੇ ਲੇਫ ਹੈ, ਸੌਣ ਵਾਸਤੇ ਨਿਹਾਲੀ, ਭਾਉ ਤੇਰਾ ਪਕਵਾਨ, ਤੇਰਾ ਪਿਆਰ ਹੀ ਸਾਡੇ ਲਈ ਭੋਜਨ ਹੈ।
ਨਾਨਕ ਸਿਫਤੀ ਰਜਿਆ। ਬੱਚਾ ਇਹ ਨਾਨਕ ਸਿਫਤ ਨਾਲ, ਰੱਬ ਦੀ ਸਿਫਤ ਸਲਾਹ ਨਾਲ ਹੀ ਰਜਿਆ ਹੋਇਆ ਹੈ। ਇਹਨੂੰ ਖਾਣ ਪੀਣ ਦੀ ਇੱਛਾ ਨਹੀਂ ਹੈ। ਆਓ ਬਹੁ ਸੁਲਤਾਨ, ਆਖਿਆ ਰਾਜਾ ਸਾਡੇ ਕੋਲ ਹੋ ਕੇ ਬੈਠ। ਛੋਟੇ ਜਿਹੇ ਬੱਚੇ ਨੂੰ ਜਿਵੇਂ ਅੱਜ ਕੱਲ੍ਹ ਤੇ ਮਾਵਾਂ ਨੇ ਨਾ ਹੀ ਰੱਖ ਲਿਆ, ਬੜੇ ਲੋਕ ਮਿਲਣਗੇ ਤੁਹਾਨੂੰ। ਅੱਜ ਮੇਰਾ ਖਿਆਲ ਹੈ ਕਿ ਕਈ ਲੋਕ ਜਿਨ੍ਹਾਂ ਨੂੰ ਮੈਂ ਜਾਣਦਾ, ਉਹ 20 ਸਾਲਾਂ ਤੋਂ ਲੈ ਕੇ 40-45 ਸਾਲ ਤੱਕ ਬੜੇ ਤੁਹਾਨੂੰ ਪਾਲ ਰਾਜੇ ਇਹ ਨਾਮ ਮਿਲਣਗੇ। ਕੋਈ ਰਾਜਾ ਲਿਖ ਦਿੰਦਾ ਹੈ, ਕੋਈ ਪਿੰਡਾਂ 'ਚ ਉਹਨੂੰ ਰਾਜੇ ਕਹਿ ਦਿੱਤਾ, ਪੂਰਾ ਨਾਂ ਕੁਝ ਹੋਰ ਹੁੰਦਾ ਹੈ। ਨਿਕ ਨਾਮ ਬੱਚੇ ਦਾ ਰੱਖ ਲਿਆ ਰਾਜਾ। ਰਾਜੇ ਤੋਂ ਭਾਵ ਹੁੰਦਾ ਬਾਦਸ਼ਾਹ। ਤੇ ਰੱਖਦੇ ਅਸੀਂ ਉਸ ਵੇਲੇ ਆ ਜਦੋਂ ਘੁੰਮਦਾ ਹੀ, ਕਿਉਂਕਿ ਬੱਚੇ ਹੁੰਦੇ ਹੀ ਬਾਦਸ਼ਾਹ ਨੇ, ਉਹਨਾਂ ਨੂੰ ਕਿਹੜਾ ਕਿਸੇ ਦੀ ਪਰਵਾਹ ਹੁੰਦੀ ਹੈ। ਸਤਿਗੁਰੂ ਜੀ ਨੇ ਉਹਨੂੰ ਸੁਲਤਾਨ ਕਹਿ ਕੇ ਬੁਲਾਇਆ ਹੈ। ਹਾਂਜੀ, ਅਸ ਕਹਿ ਬਖਸ਼ੀ ਤਿੰਨ ਸੁਲਤਾਨੀ, ਆਗੈ ਗਮਨ ਕੀਨ ਗੁਣ ਖਾਨੀ। ਕਵੀ ਜੀ ਕਹਿੰਦੇ ਮੈਨੂੰ ਇੰਜ ਲੱਗਦਾ ਹੈ ਕਿ ਕੇਵਲ ਸੁਲਤਾਨ ਰਾਜਾ ਕਹਿ ਕੇ ਬੁਲਾਇਆ ਨਹੀਂ, ਸਤਿਗੁਰੂ ਨੇ ਸੁਲਤਾਨੀ ਉਹਨੂੰ ਬਖਸ਼ ਦਿੱਤੀ ਹੈ। ਉਹਨੂੰ ਧਰਤੀ ਦਾ ਰਾਜ ਭਾਗ ਹੀ ਬਖਸ਼ ਦਿੱਤਾ, ਆਪਣੇ ਕੋਲ ਬਿਠਾਇਆ, ਉਸ ਬੱਚੇ ਨੂੰ ਪਿਆਰ ਕੀਤਾ। ਫਿਰ ਉੱਥੋਂ ਸਤਿਗੁਰੂ ਜੀ ਅੱਗੇ ਵਿਦਾ ਹੋ ਗਏ, ਸਤਿਗੁਰੂ ਜੀ ਅੱਗੇ ਚਲੇ ਗਏ। ਹਾਂਜੀ, ਬਾਲਕ ਰਹਿਓ ਖੇਤ ਟਿਗ ਬੈਸਾ, ਤਾਹੇ ਬ੍ਰਿਤੰਤ ਹੋਏ ਭਾ ਐਸਾ। ਬੱਚਾ ਆਪਣੇ ਖੇਤ ਬੈਠਾ ਰਿਹਾ, ਸਤਿਗੁਰੂ ਜੀ ਅੱਗੇ ਚਲੇ ਗਏ। ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਕੀ ਹੋਇਆ? ਉਹ ਜਿਹੜੇ ਗੁਰੂ ਜੀ ਨੇ ਬਚਨ ਕਹੇ ਉਹ ਕਿਵੇਂ ਪੂਰੇ ਹੋਏ? ਹਾਂਜੀ, ਨਗਰ ਨਿਰਪਤ ਕੋ ਸੰਤਤ ਨਾਹੀ, ਸੋ ਮਰ ਯੋਗ ਤੈਸੀ ਦਿਨ ਮਾਹੀ। ਅੱਜ ਦੇ ਦਿਨ ਕੀ ਹੋਇਆ? ਜਿਹੜਾ ਉਸ ਨਗਰੀ ਦਾ ਰਾਜਾ ਸੀ, ਉਹਦੀ ਮੌਤ ਹੋ ਗਈ, ਉਹਦੀ ਡੈਥ ਹੋ ਗਈ, ਉਹਦਾ ਕਾਲ ਚਲਾਣਾ ਹੋ ਗਿਆ। ਉਸ ਰਾਜੇ ਦੇ ਘਰ ਸੰਤਾਨ ਨਹੀਂ ਸੀ, ਉਸ ਰਾਜੇ ਦੇ ਘਰ ਪੁੱਤਰ ਨਹੀਂ ਸੀ, ਉਸ ਰਾਜੇ ਦੇ ਘਰ ਵਿੱਚ ਕੋਈ ਬੱਚਾ ਨਹੀਂ ਸੀ। ਅਚਾਨਕ ਰਾਜਾ ਦੁਨੀਆ ਤੋਂ ਚਲਾ ਗਿਆ। ਹਾਂਜੀ, ਬਿਨ ਨਿਪ ਸਰਬ ਦੇਸ਼ ਅਕੁਲਾਇਓ, ਹੋਏ ਏਕ ਠਾਂ ਮਤਾ ਪਕਾਇਓ। ਹੁਣ ਅੱਜ ਵਰਗਾ ਸਮਾਂ ਤੇ ਹੈ ਨਹੀਂ ਸੀ। ਅੱਜ ਤੇ ਹਾਲਾਤ ਇਹ ਹੈ ਵੀ ਰਾਜੇ ਨੂੰ ਉਹਦੇ ਨਿਕਟਵਰਤੀ ਮੰਤਰੀ ਮਾਰ ਦਿੰਦੇ ਨੇ। ਬੜਾ ਕੁਝ ਬੜੀਆਂ ਥਾਵਾਂ ਤੇ ਇਸ ਤਰ੍ਹਾਂ ਦਾ ਵਾਪਰ ਚੁੱਕਿਆ। ਪਰ ਜਿਸ ਵੇਲੇ ਦੀ ਆਪਾਂ ਕਥਾ ਸੁਣਦੇ ਹਾਂ, ਉਦੋਂ ਅਜੇ ਵੀ ਧਰਮ ਬਾਕੀ ਸੀ। ਰਾਜੇ ਦੀ ਮੌਤ ਹੋ ਗਈ, ਲੋਕਾਂ ਨੇ ਬੜਾ ਦੁੱਖ ਮੰਨਿਆ ਕਿ ਸਾਡਾ ਰਾਜਾ ਚਲਾ ਗਿਆ। ਨਗਰ ਨਿਰਪਤ ਕੋ ਸੰਤਤ ਨਾਹੀ, ਉਹਦਾ ਕੋਈ ਬੱਚਾ ਨਹੀਂ ਸੀਗਾ। ਬਿਨ ਨਿਰਪ ਸਰਬ ਦੇਸ਼ ਅਕੁਲਾਇਓ, ਹੋਏ ਏਕ ਠਾਂ ਮਤਾ ਪਕਾਇਓ। ਜਿਹੜੇ ਨਗਰੀ ਦੇ ਮੋਹਤਬਰ ਲੋਕ ਸਨ, ਮੁਖੀਏ, ਮਹੱਲਿਆਂ ਦੇ ਕਹਿ ਦਿਓ, ਗਲੀਆਂ ਦੇ ਕਹਿ ਦਿਓ, ਘਰਾਂ ਦੇ ਵਿੱਚੋਂ ਜਿਹੜੇ ਆਗੂ ਸਨ, ਉਹ ਸਾਰੇ ਲੋਕ ਇਕੱਠੇ ਹੋਏ ਵੀ ਹੁਣ ਕੀ ਕਰਨਾ ਚਾਹੀਦਾ। ਰਾਜੇ ਤੋਂ ਬਿਨਾ ਨਗਰੀ ਕਿਵੇਂ ਚੱਲੀਗੀ? ਰਾਜੇ ਤੋਂ ਬਿਨਾ ਨਗਰੀ ਕਿਵੇਂ ਚੱਲੇਗੀ? ਇਹ ਸਾਰਾ ਕੁਝ ਕਿਵੇਂ ਹੋਏਗਾ? ਹਾਂਜੀ, ਮੰਤਰੀ ਸਭ ਸੋ ਗਿਰਾ ਉਚਾਰੀ, ਜੇ ਹਮ ਲੇਹ ਨਰਕ ਅਧਿਕਾਰੀ। ਜਿਹੜੇ ਮੰਤਰੀ ਸੀ ਉਹ ਵੀ ਧਰਮੀ ਸੀ। ਰਾਜਾ ਵੀ ਜ਼ਰੂਰ ਧਰਮੀ ਹੋਏਗਾ ਜਿਹਨੂੰ ਲੋਕ ਪੂਜਦੇ ਸੀ। ਨਹੀਂ ਤੇ ਕਈ ਵਾਰੀ ਆਪਾਂ ਵੇਖਿਆ ਵੀ ਲੋਕ ਆਪਣੇ ਰਾਜੇ ਦੀ ਕਦੇ ਸੁੱਖ ਨਹੀਂ ਮੰਗਦੇ। ਉਹ ਕਹਿੰਦੇ ਪਤਾ ਨਹੀਂ ਕਦੋਂ ਮਰੇਗਾ, ਮਗਰੋਂ ਲਏਗਾ। ਪਰ ਕਈ ਮੁਲਕ ਐਸੇ ਵੀ ਨੇ ਜਿੱਥੇ ਲੋਕ ਰਾਜੇ ਦੀ ਸੁੱਖ ਮੰਗਦੇ ਨੇ। ਦੇਖੋ, ਇੰਗਲੈਂਡ ਦੀ ਮਹਾਰਾਣੀ ਹੈ, ਆਪ ਜੀ ਨੂੰ ਪਤਾ ਵੀ ਕੈਨੇਡਾ ਦੀ ਮਹਾਰਾਣੀ ਵੀ ਉਹੀ ਹੈ, ਆਸਟ੍ਰੇਲੀਆ ਦੀ ਮਹਾਰਾਣੀ ਵੀ ਉਹੀ ਹੈ। ਕੈਨੇਡਾ ਦੀ ਕਰੰਸੀ ਤੇ ਵੀ ਇੰਗਲੈਂਡ ਦੀ ਮਹਾਰਾਣੀ ਦੀ ਫੋਟੋ ਹੈ।
ਆਸਟ੍ਰੇਲੀਆ ਵਾਲੇ ਵੀ ਉਹਦੀ ਫੋਟੋ ਲਾਉਂਦੇ ਨੇ। ਜਿਹੜਾ ਬੈਂਕਾਕ ਦਾ ਰਾਜਾ ਹੈ ਉਹ ਪਤਾ ਨਹੀਂ ਸ਼ਾਇਦ ਪਿਛਲੇ 70 ਸਾਲਾਂ ਤੋਂ ਹੈ। ਅੱਜ ਵੀ ਲੋਕ ਉਹਨੂੰ ਬੜਾ ਪਿਆਰ ਕਰਦੇ ਨੇ, ਲੋਕ ਪੂਜਾ ਕਰਦੇ ਨੇ ਉਹਦੀ ਫੋਟੋ ਦੀ ਕਿ ਉਹ ਧਰਮੀ ਰਾਜਾ ਹੈ। ਇਸੇ ਤਰ੍ਹਾਂ ਪਿੱਛੇ ਜੇ ਇੱਕ ਰਾਜਾ ਮਰਿਆ ਸੀ, ਸ਼ਾਇਦ ਮੈਨੂੰ ਯਾਦ ਨਹੀਂ ਆ ਰਿਹਾ ਕੀ ਨਾਂ ਸੀ ਉਹਦਾ, ਜੋ ਟੀਵੀ ਤੇ ਲੋਕਾਂ ਨੇ ਵਿਖਾਇਆ, ਲੋਕ ਇੱਦਾਂ ਰੋ ਰਹੇ ਸੀ ਜਿਵੇਂ ਪਿਓ ਮਰਿਆ ਹੋਵੇ। ਦੇਖੋ ਰਾਜਾ ਹੁੰਦਾ ਤੇ ਪ੍ਰਜਾ ਦਾ ਬਾਪ ਹੀ ਹੈ, ਪਰ ਜੇ ਸਾਰਿਆਂ ਨੂੰ ਉਹ ਇੱਕ ਬਾਪ ਦੀ ਤਰ੍ਹਾਂ ਵੇਖੇ ਤੇ ਤਾਂ ਹੀ ਹੈ ਨਾ। ਹੁਣ ਘਰ ਵਿੱਚ ਇੱਕ ਬਾਪ ਹੈ, ਜਦੋਂ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਕਰੇ, ਬਰਾਬਰ ਵੰਡ ਕੇ ਦਵੇ ਤੇ ਸਾਰਾ ਹੀ ਪਰਿਵਾਰ ਰੋਏਗਾ। ਤੇ ਜੇ ਉਹ ਇੱਕ ਨੂੰ ਦਵੇ ਇੱਕ ਨੂੰ ਨਾ ਦਵੇ, ਫਿਰ ਇੱਕ ਹੀ ਰੋਏਗਾ, ਦੂਜਾ ਕੋਈ ਨਹੀਂ ਰੋਏਗਾ। ਤਾਂ ਕਹੇਗਾ ਸ਼ੁਕਰ ਹੈ ਬੁੱਢਾ ਮਰਿਆ, ਖਹਿੜਾ ਛੁੱਟਿਆ। ਇਸੇ ਕਰਕੇ ਕਿਹਾ ਜਾਂਦਾ ਰਾਜੇ ਚੁਲੀ ਨਿਆਮ ਕੀ। ਉਹ ਰਾਜੇ ਦੇ ਪ੍ਰਤੀ ਲੋਕਾਂ ਦੇ ਮਨ ਵਿੱਚ ਬੜੀ ਸ਼ਰਧਾ ਸੀ। ਇੱਥੋਂ ਤੱਕ ਕਿਸੇ ਮੰਤਰੀ ਨੇ ਵੀ ਨਹੀਂ ਕਿਹਾ ਕਿ ਭਾਈ ਉਹ ਮਰ ਗਿਆ ਤੇ ਤਾਂ ਕਿ ਮੈਂ ਵੱਡਾ ਮੰਤਰੀ ਹਾਂ, ਮੈਨੂੰ ਰਾਜਾ ਮੰਨੋ ਨਾ। ਮੰਤਰੀਆਂ ਨੇ ਕੀ ਕਿਹਾ? ਮੰਤਰੀ ਸਭ ਸੋ ਗਿਰਾ ਉਚਾਰੀ, ਜੇ ਹਮ ਲੇਹੇ ਨਰਕ ਅਧਿਕਾਰੀ। ਕਹਿਣ ਲੱਗੇ ਜੀ ਰਾਜੇ ਨੇ ਕਿਹਾ ਨਹੀਂ ਕਿ ਮੇਰੇ ਤੋਂ ਬਾਅਦ ਕਿਹੜਾ ਮੰਤਰੀ ਰਾਜਾ ਬਣੇਗਾ, ਇਸ ਕਰਕੇ ਅਸੀਂ ਕੋਈ ਮੰਤਰੀ ਅਸੀਂ ਰਾਜੇ ਨਹੀਂ ਬਣਾਂਗੇ ਨਾ। ਜਾਂ ਤੇ ਰਾਜਾ ਆਪਣੇ ਹੱਥੀਂ ਬਣਾ ਜਾਂਦਾ ਤੇ ਤਾਂ ਠੀਕ ਸੀ, ਜੇ ਉਹਦੀ ਸੰਤਾਨ ਹੁੰਦੀ ਤਾਂ ਅਸੀਂ ਉਹਦੇ ਵੱਡੇ ਪੁੱਤਰ ਨੂੰ ਮੰਨ ਲੈਂਦੇ ਵੀ ਤੂੰ ਰਾਜਾ। ਇਸ ਕਰਕੇ ਉਹਦਾ ਬੱਚਾ ਕੋਈ ਨਹੀਂ ਹੈ, ਸਾਨੂੰ ਉਹਨੇ ਕਿਹਾ ਕੋਈ ਨਹੀਂ ਹੈ, ਇਸ ਕਰਕੇ ਮੰਤਰੀ ਕਹਿਣ ਲੱਗੇ ਜੀ ਅਸੀਂ ਤਾਂ ਰਾਜਾ ਬਣਨਾ ਨਹੀਂ। ਹਾਂਜੀ। ਨ੍ਰਿਪ ਕੇ ਸੁਤ ਨ ਸਹੋਦਰ ਕੋ, ਜੇਹ ਕੋ ਰਾਜ ਦੇਹ ਹਮ ਸੋ। ਤੇ ਰਾਜੇ ਦਾ ਪੁੱਤਰ ਨਹੀਂ, ਕੋਈ ਰਾਜੇ ਦਾ ਰਿਸ਼ਤੇਦਾਰ ਕੋਈ ਨਹੀਂ ਹੈ, ਅਸੀਂ ਬਣਾਂਗੇ ਤੇ ਨਰਕਾਂ ਨੂੰ ਜਾਵਾਂਗੇ ਕਿਉਂਕਿ ਪਾਪ ਹੋਏਗਾ। ਵੇਖੋ ਧਰਮ ਇਹਨੂੰ ਕਹਿੰਦੇ ਨੇ। ਧਰਮ ਇਹ ਹੈ ਕਿ ਜੇ ਰਾਜਾ ਖੁਦ ਨਹੀਂ ਬਣਾ ਕੇ ਗਿਆ ਤੇ ਮੈਂ ਕਿਉਂ ਕਵਾਂ ਕਿ ਮੈਂ ਰਾਜਾ। ਉਹ ਕਹਿਣ ਲੱਗੇ ਜੀ ਫਿਰ ਅਸੀਂ ਨਰਕਾਂ ਦੇ ਅਧਿਕਾਰੀ ਬਣਾਂਗੇ, ਰੱਬ ਸਾਨੂੰ ਘੋਰ ਨਰਕ ਵਿੱਚ ਸੁੱਟੇਗਾ ਜੇ ਅਸੀਂ ਗਲਤੀ ਗੁਸਤਾਖੀ ਕਰਾਂਗੇ ਤਾਂ। ਹਾਂਜੀ। ਅਬ ਕਰਤਾਰ ਦੇ ਹੈ ਜਾਹੀ, ਸਰਬ ਬਿਠਾਰੋ ਮਿਲ ਕਰ ਤਾਹੀ। ਇਸ ਕਰਕੇ ਅਬ ਕਰਤਾਰ ਦੇ ਹੈ ਜਾਹੀ, ਮੰਤਰੀਆਂ ਨੇ ਫੈਸਲਾ ਕਰ ਦਿੱਤਾ। ਕਹਿਣ ਲੱਗੇ ਰੱਬ ਤੇ ਛੱਡ ਦਿਓ, ਰੱਬ ਜਿਹਨੂੰ ਰਾਜਾ ਬਣਾਵੇ ਉਹ ਬਣ ਜਾਵੇ, ਆਪਾਂ ਰੱਬ ਤੇ ਛੱਡੀਏ। ਜਿਹਨੂੰ ਰੱਬ ਪਾਤਸ਼ਾਹਤ ਦਵੇ, ਬਾਦਸ਼ਾਹਤ ਦਵੇ, ਸਰਬ ਬਿਠਾਰੋ ਮਿਲ ਕਰ ਤਾਹੀ, ਆਪਾਂ ਸਾਰੇ ਉਹਨੂੰ ਮੰਨ ਲਈਏ। ਕੋਈ ਕਿੰਤੂ ਪਰੰਤੂ ਨਾ ਕਰੇ, ਕੋਈ ਬਗਾਵਤ ਨਾ ਕਰੇ ਭਾਈ। ਹਾਂਜੀ। ਤ੍ਰੈ ਦਰ ਨਗਰ ਬੰਦ ਕਰਵਾਈਐ, ਖੋਲ ਏਕ ਦਰ ਸਭ ਮਿਲ ਜਾਈਐ। ਮੰਤਰੀਆਂ ਨੇ ਮਸ਼ਵਰਾ ਦਿੱਤਾ, ਪਿੰਡ ਵਾਲਿਆਂ ਨੇ ਮੰਨ ਲਿਆ। ਉਹ ਕਹਿੰਦੇ ਵੀ ਆਪਣੀ ਨਗਰੀ ਦੇ 4 ਦਰਵਾਜ਼ੇ ਨੇ, 4 ਰਸਤੇ ਨੇ ਸਾਡੇ ਪਿੰਡ ਨੂੰ ਆਉਣ ਦੇ, ਲੋਕਾਂ ਦੇ ਪਿੰਡ ਚੋਂ ਨਿਕਲਣ ਦੇ ਵੀ 4 ਹੀ ਨੇ, ਆਉਣ ਦੇ ਵੀ 4 ਹੀ ਨੇ। ਕਿਉਂ ਨਾ ਹੋਵੇ 3 ਦਰਵਾਜ਼ੇ ਬੰਦ ਕਰ ਦਿੱਤੇ ਜਾਣ, ਕੇਵਲ ਇੱਕ ਦਰਵਾਜ਼ਾ ਖੁੱਲਾ ਰਹਿਣਾ ਚਾਹੀਦਾ ਹੈ। ਹਾਂਜੀ। ਭੋਰ ਭਈ ਜੋ ਮਿਲੈ ਅਗਾਰੀ, ਤੇ ਕੋ ਦੇਵੈ ਤਖਤ ਬਿਠਾਰੀ। ਤੇ ਆਪਾਂ ਸਾਰੇ ਜਿਹੜਾ ਚੌਥਾ ਦਰਵਾਜ਼ਾ ਖੁੱਲਾ ਰਵੇ ਉੱਥੇ ਬਹਿ ਜਾਈਏ, ਤੇ ਕੱਲ ਸਵੇਰੇ ਜਿਹੜਾ ਪਹਿਲਾ ਬੰਦਾ ਸਾਡੇ ਮੱਥੇ ਲੱਗੇ ਉਹਨੂੰ ਅਸੀਂ ਆਪਣਾ ਰਾਜਾ ਮੰਨ ਲਈਏ। ਵੀ ਠੀਕ ਹੈ, ਰੱਬ ਨੇ ਘੱਲਿਆ ਹੋਏਗਾ, ਜਿਹਨੂੰ ਰੱਬ ਘੱਲੇ ਅਸੀਂ ਉਹਨੂੰ ਆਪਣਾ ਰਾਜਾ ਕਰਕੇ ਤਸਲੀਮ ਕਰ ਲਈਏ। ਹਾਂਜੀ। ਮਾਨੀ ਸਭ ਨੇ ਕਹਿ ਜਿਸ ਭਾਂਤੀ, ਰਹਿਓ ਖੇਤ ਪਰ ਬਾਲਕ ਰਾਤੀ। ਜਿਹੜੇ ਭੋਲੇ ਲੋਕ ਨੇ, ਧਰਮੀ ਲੋਕ ਨੇ, ਉਹਨਾਂ ਦੇ ਫੈਸਲੇ ਇਦਾਂ ਹੀ ਹੁੰਦੇ ਨੇ। ਜਿਵੇਂ ਹੁੰਦਾ ਨਹੀਂ ਵੀ ਪਰਚੀਆਂ ਪਾ ਲਓ,
ਜਾਂ ਹੋਇਆ ਵੀ ਸਿੱਕਾ ਸੁੱਟ ਲਓ, ਜੋ ਨਿਕਲ ਆਵੇ ਠੀਕ ਹੈ, ਜਿਹਨੂੰ ਟਾਸ ਪਾਉਣੀ ਕਹਿੰਦੇ ਨੇ। ਉਹ ਤਾਂ ਫਿਰ ਰੱਬ ਦੇ ਹੱਥ ਵਿੱਚ ਹੈ ਨਾ ਵੀ ਉਹ ਕਿਹਨੂੰ ਪਹਿਲ ਦਿੰਦਾ ਕਿਹਨੂੰ ਨਹੀਂ ਦਿੰਦਾ। ਤੇ ਜਿਹੜੇ ਧਰਮੀ ਨਹੀਂ ਹੁੰਦੇ ਉਹ ਫਿਰ ਰੌਲਾ ਪਾ ਕੇ ਬਹਿ ਜਾਂਦੇ ਨੇ, ਨਹੀਂ ਜੀ ਇਹਨੇ ਟਾਸ ਠੀਕ ਨਹੀਂ ਪਾਈ, ਦੁਬਾਰਾ ਪਾਓ ਜੀ। ਇਸੇ ਤਰ੍ਹਾਂ ਜਿਹੜੇ ਧਰਮੀ ਨਹੀਂ ਹੁੰਦੇ ਉਹ ਪਰਚੀਆਂ 'ਚ ਵੀ ਇਦਾਂ ਹੀ ਕਰਦੇ ਨੇ। ਜੇ ਪਰਚੀ ਨਹੀਂ ਨਿਕਲੀ ਤੇ ਉਹਨਾਂ ਨੇ 5 ਮਿੰਟਾਂ ਬਾਅਦ ਫੇਰ ਪਾ ਲੈਣੀਆਂ ਹੁੰਦੀਆਂ ਪਰਚੀਆਂ। ਤੇ ਪਰਚੀ ਪਾਉਣੋਂ ਹਟਣਾ ਹੀ ਉਦੋਂ ਜਦੋਂ ਉਹਨਾਂ ਦੀ ਮਰਜ਼ੀ ਹੋ ਜਾਏ। ਐਸੇ ਲੋਕ ਧਰਮੀ ਨਹੀਂ ਹੁੰਦੇ। ਪਿੰਡ ਦੇ ਮੰਤਰੀਆਂ ਨੇ, ਪਿੰਡ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਸਾਡੇ ਪਿੰਡ ਵਿੱਚੋਂ ਰਾਜਾ ਕੋਈ ਨਹੀਂ ਬਣੇਗਾ। ਜੇ ਬਣੇਗਾ ਵੀ ਤਾਂ ਉਹ ਬਣੇਗਾ ਜਿਹੜਾ ਸਵੇਰੇ ਸਾਡੇ ਪਿੰਡ 'ਚ ਆਏਗਾ। ਅਸੀਂ ਇਹ ਸਮਝ ਲਾਂਗੇ ਕਿ ਇਸ ਬੰਦੇ ਨੂੰ ਰੱਬ ਨੇ ਘੱਲਿਆ। ਹਾਂਜੀ। ਭਈ ਭੋਰ ਘਰ ਆਵਨ ਲਾਗਾ, ਸਭਨ ਮਿਲਤ ਪਇਓ ਵੱਡ ਭਾਗਾ। ਜਦੋਂ ਸਵੇਰੇ ਭੋਰ ਹੋਈ ਤੇ ਬੱਚਾ ਰਾਤ ਖੇਤ ਰਹਿੰਦਾ ਹੋਏਗਾ ਜਾਂ ਖੇਤ ਦੂਰ ਹੋਏਗਾ, ਉਹ ਜਿਉਂ ਕੱਲ ਦਾ ਗਿਆ ਰਾਤ ਵੀ ਉੱਥੇ ਰਿਹਾ ਤੇ ਸਵੇਰੇ ਜਦੋਂ ਘਰ ਵਾਪਸ ਆਇਆ ਤਾਂ ਕੀ ਹੋਇਆ? ਰਹਿਓ ਖੇਤ ਪਰ ਬਾਲਕ ਰਾਤੀ। ਬਾਲਕ ਨੇ ਪੂਰੀ ਰਾਤ ਹੀ ਆਪਣੇ ਖੇਤ ਵਿੱਚ ਕੱਟੀ ਸੀ। ਹਾਂਜੀ। ਲੇਤੈ ਕੋ ਇਸ਼ਨਾਨ ਕਰਾਇਓ, ਰਾਜ ਸਰਬ ਕੇ ਤਖਤ ਬਿਠਾਇਓ। ਭਈ ਭੋਰ ਘਰ ਆਵਣ ਲੱਗਾ, ਸਵੇਰ ਹੋਈ ਤੇ ਸੁਤੇ ਭਾਵ ਬੱਚਾ ਘਰ ਨੂੰ ਤੁਰ ਪਿਆ। ਹੁਣ ਬੱਚੇ ਨੂੰ ਤੇ ਪਤਾ ਹੀ ਨਹੀਂ ਕਿ ਕੱਲ ਦਾ ਮੇਰੇ ਪਿੰਡ ਦਾ ਰਾਜਾ ਮਰਿਆ ਹੋਇਆ, ਕਿਉਂਕਿ ਉਦੋਂ ਕਮਿਊਨੀਕੇਸ਼ਨ ਨਹੀਂ ਸੀ ਹੁੰਦਾ। ਇੱਕ ਦੂਜੇ ਦੇ ਨਾਲ ਮਿਲਣ ਵਰਤਨ, ਇੱਕ ਦੂਜੇ ਨੂੰ ਸੁੱਖ ਸੁਨੇਹਾ, ਇੱਕ ਦੂਜੇ ਨੂੰ ਸੰਦੇਸ਼ ਦੇਣ ਦਾ ਕੋਈ ਤਰੀਕਾ ਹੀ ਨਹੀਂ ਸੀ। ਉਹਨੂੰ ਬੱਚੇ ਨੂੰ ਤੇ ਵਿਚਾਰੇ ਨੂੰ ਪਤਾ ਵੀ ਨਹੀਂ। ਉਹ ਤੇ ਆਪਣੀ ਨਿਤ ਚਿਰਿਆ ਦੇ ਹਿਸਾਬ ਨਾਲ ਸਵੇਰੇ ਖੇਤੋਂ ਤੁਰਿਆ ਤੇ ਪਿੰਡ ਆ ਗਿਆ। ਭਈ ਭੋਰ ਘਰ ਆਵਣ ਲਾਗਾ, ਸਭ ਹਨ ਮਿਲਤ ਭਇਓ ਵੱਡ ਭਾਗਾ। ਅੱਗੇ ਸਾਰਾ ਪਿੰਡ ਇਕੱਠਾ ਹੋ ਕੇ ਦਰਵਾਜ਼ੇ ਤੇ ਬੈਠਾ ਸੀ। ਪਿੰਡ ਵਾਲੇ ਉਹਨੂੰ ਬੜੇ ਪਿਆਰ ਨਾਲ ਮਿਲੇ, ਵੱਡੇ ਭਾਗਾਂ ਵਾਲਾ ਬਣ ਗਿਆ। ਲੈ ਤੇ ਕੋ ਇਸ਼ਨਾਨ ਕਰਾਇਓ। ਹੁਣ ਉਸ ਬੱਚੇ ਨੂੰ ਉਹਨਾਂ ਨੇ ਘਰ ਨਹੀਂ ਜਾਣ ਦਿੱਤਾ। ਕਹਿਣ ਲੱਗੇ ਭਾਈ ਤੂੰ ਹੀ ਸਾਡਾ ਰਾਜਾ ਹੈ। ਉਸ ਬੱਚੇ ਨੂੰ ਲੈ ਗਏ, ਉਸ ਬੱਚੇ ਨੂੰ ਇਸ਼ਨਾਨ ਕਰਾਇਆ। ਫਿਰ ਰਾਜ ਸਰਬ ਕੇ ਤਖਤ ਬਿਠਾਇਓ, ਤੇ ਉਸ ਬੱਚੇ ਨੂੰ ਰਾਜ ਦੇ ਤਖਤ ਤੇ ਬਿਠਾ ਦਿੱਤਾ, ਨਗਰੀ ਦਾ ਰਾਜਾ ਘੋਸ਼ਿਤ ਕਰ ਦਿੱਤਾ। ਹਾਂਜੀ। ਗੁਰ ਕੋ ਬਚਨ ਪਾਏ ਸੋ ਬਾਲਕ, ਪਾਤਸ਼ਾਹ ਹੋਇਓ ਤਤਕਾਲਿਕ। ਗੁਰ ਕੋ ਬਚਨ ਪਾਏ ਸੋ ਬਾਲਕ। ਕਵੀ ਜੀ ਕਹਿੰਦੇ ਹੋਇਆ ਕਿਵੇਂ? ਕਹਿੰਦੇ ਭਾਈ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਸਨ। ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਆ ਸੁਲਤਾਨ ਸਾਡੇ ਕੋਲ ਬੈਠ। ਕਹਿਣ ਲੱਗੇ ਤੇਰਾ ਸੱਥਰ ਹੀ ਸਾਡੇ ਵਾਸਤੇ ਲੇਫ ਨਿਹਾਲੀ ਹੈ, ਇਹੀ ਮੰਜਾ ਬਿਸਤਰਾ ਹੈ, ਤੇਰਾ ਪਿਆਰ ਹੀ ਸਾਡੇ ਵਾਸਤੇ ਭੋਜਨ ਹੈ। ਤੇ ਫਕੀਰ ਕਹਿੰਦੇ ਫਕੀਰ ਤੇ ਰੱਬ ਦੀ ਸਿਫਤ ਸਲਾਹ ਕਰਕੇ ਰੱਜਿਆ ਹੋਇਆ ਤੇ ਤੂੰ ਰਾਜਾ ਹੈ। ਉਹ ਬਚਨ ਜਿਹੜੇ ਸੀ ਉਹ ਸਿੱਧ ਹੋ ਗਏ, ਪੂਰੇ ਹੋ ਗਏ। ਹਾਂਜੀ। ਇਸ ਪ੍ਰਕਾਰ ਭਾਤਾਹੇ ਪ੍ਰਸੰਗਾ, ਅਬ ਗੁਰ ਕਹੋ ਕਥਾ ਉਸੋ ਮੰਗਾ। ਇਸ ਤਰ੍ਹਾਂ ਉਹ ਜਿਹੜੇ ਬਚਨ ਸਨ ਗੁਰੂ ਜੀ ਦੇ, ਕਵੀ ਜੀ ਕਹਿੰਦੇ ਪੂਰੇ ਹੋ ਗਏ। ਗੁਰੂ ਜੀ ਲੰਘ ਰਹੇ ਸੀ, ਰਸਤੇ ਵਿੱਚ ਚਣੇ ਦਾ ਖੇਤ ਸੀ। ਭਾਈ ਮਰਦਾਨਾ ਜੀ ਨੇ ਇੱਛਾ ਪ੍ਰਗਟ ਕੀਤੀ, ਖੇਤ ਦੀ ਰਾਖੀ ਬੈਠੇ ਬੱਚੇ ਨੇ ਖੁਦ ਚਣਿਆਂ ਦੇ ਛੋਲਿਆਂ ਦੇ ਬੂਟੇ ਪੁੱਟੇ, ਅੱਗ ਬਾਲੀ, ਹੋਲਾਂ ਭੁੰਨ ਕੇ ਦਿੱਤੀਆਂ। ਫਿਰ ਉਹਨੇ ਬੱਚੇ ਨੇ ਕੋਸ਼ਿਸ਼ ਕੀਤੀ ਕਿ ਮੈਂ ਘਰ ਜਾਵਾਂ ਤੇ ਇਹਨਾਂ ਸਾਧੂਆਂ ਵਾਸਤੇ ਭੋਜਨ ਲੈ ਕੇ ਆਵਾਂ। ਉਹ ਸੇਵਾ ਤੋਂ ਤਰੁੱਠੇ। ਗੁਰੂ ਨਾਨਕ ਐਸੀ ਕਿਰਪਾ ਹੋਈ ਹੈ, ਤਾਂ ਹੀ ਸਤਿਗੁਰੂ ਦੀ ਜਦੋਂ ਬਾਣੀ ਪੜ੍ਹੀਏ ਤੇ ਗੁਰੂ ਦੀ ਮਹਿਮਾ ਪਤਾ ਲੱਗਦੀ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ। ਗੁਰੂ ਦੀ ਇਹ ਮਹਿਮਾ ਹੈ, ਇਹ ਵਡਿਆਈ ਹੈ। ਜੇ ਉਹ ਥਾਪੜਾ ਦਵੇ ਤੇ ਕੀੜਾ ਵੀ ਬਾਦਸ਼ਾਹ ਬਣ ਸਕਦਾ ਹੈ। ਹਾਂਜੀ।
ਮਗ ਮੈਂ ਗਮਨੇ ਜਾਹੇ ਅਗਾਰੀ ਸਨਮੁਖ ਮਿਲਿਓ ਏਕ ਵੈਪਾਰੀ। ਮਗ ਮੈਂ ਗਮਨੇ ਜਾਹੇ ਅਗਾਰੀ। ਅੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਰਹੇ ਨੇ, ਰਸਤੇ ਵਿੱਚ ਇੱਕ ਵਪਾਰੀ ਮਿਲ ਗਿਆ, ਜਿਹੜਾ ਤੁਰ ਫਿਰ ਕੇ, ਜਿਹੜਾ ਹੱਟੀ ਵਾਲਾ ਇਹਨਾਂ ਨੂੰ ਵਪਾਰੀ ਨਹੀਂ ਕਹਿੰਦੇ, ਉਹਨੂੰ ਦੁਕਾਨਦਾਰ ਕਹਿੰਦੇ। ਜਿਹਦਾ ਕਾਰਖਾਨਾ ਹੋਵੇ ਉਹਨੂੰ ਦੁਕਾਨਦਾਰ ਨਹੀਂ ਕਹੀਦਾ, ਉਹਨੂੰ ਇੰਡਸਟਰੀ ਦਾ, ਕਾਰਖਾਨੇ ਦਾ ਮਾਲਕ ਕਹੀਦਾ। ਇਹ ਜਿਵੇਂ ਜਿਵੇਂ ਚੀਜ਼ਾਂ ਬਦਲਦੀਆਂ ਨੇ ਉਵੇਂ ਉਵੇਂ ਉਹਨਾਂ ਦੇ ਨਾਮ ਬਦਲ ਜਾਂਦੇ ਨੇ। ਇਹ ਵਪਾਰੀ ਸੀ, ਤੁਰ ਫਿਰ ਕੇ ਵਪਾਰ ਕਰਦਾ ਸੀ, ਕਿਤੇ ਉਹ ਚੀਜ਼ ਲੈ ਲਈ, ਕਿਤੇ ਵੇਚਤੀ। ਹਾਂਜੀ। तेह सो श्री गुर गिरा उचारी क्या बांधियो है तोहे पिछारी। ਗੁਰੂ ਸਾਹਿਬ ਪੁੱਛਣ ਲੱਗੇ ਉਸ ਵਪਾਰੀ ਨੂੰ ਵੀ ਤੂੰ ਇਹ ਕੀ ਚੁੱਕਿਆ ਹੋਇਆ ਹੈ, ਜਿਹੜਾ ਤੇਰੇ ਪਛਾੜੀ ਹੈ। ਪਹਿਲਾਂ ਵਪਾਰ ਕਿੱਦਾਂ ਲੋਕ ਕਰਦੇ ਸੀ? ਸਾਰਿਆਂ ਕੋਲ ਸਾਈਕਲ ਨਹੀਂ ਸੀ ਹੁੰਦੇ, ਸਕੂਟਰ ਮੋਟਰਸਾਈਕਲ ਨਹੀਂ ਹੁੰਦੇ ਸੀ। ਹਰ ਬੰਦੇ ਕੋਲੇ ਘੋੜੀ, ਊਠ, ਖੱਚਰ, ਖੋਤਾ, ਗੱਡਾ, ਰੇੜੀ ਇਹ ਵੀ ਨਹੀਂ ਸੀ ਹੁੰਦਾ। ਲੋਕ ਕੀ ਕਰਦੇ ਸੀ? ਆਪਣੇ ਸਿਰ ਤੇ ਚੁੱਕ ਕੇ ਜਾਂ ਆਪਣੀਆਂ ਬਾਹਾਂ ਦੇ ਨਾਲ ਗੱਠਾਂ ਲਮਕਾ ਕੇ ਤੇ ਉਹਦੇ ਨਾਲ ਥਾਂ ਥਾਂ ਜਾ ਕੇ ਤੇ ਵਪਾਰ ਕਰਦੇ ਸੀ। ਉਹਨੂੰ ਡੱਗੀ ਵੀ ਕਹਿੰਦੇ ਸੀ। ਮੈਨੂੰ ਅੱਜ ਤੱਕ ਵੀ ਯਾਦ ਹੈ ਵੀ ਕਈ ਵਾਰੀ ਮਾਂ ਨੇ ਕਹਿਣਾ ਵੀ ਪੁੱਤ ਜੇ ਡੱਗੀ ਵਾਲਾ ਆਵੇ ਨਾ ਤੇ ਦੱਸੀ, ਵੀ ਉਹ ਗਲੀ ਚੋਂ ਲੰਘ ਨਾ ਜਾਵੇ। ਵੈਸੇ ਉਹ ਆਵਾਜ਼ ਵੀ ਦਿੰਦੇ ਹੁੰਦੇ ਸੀ ਸਬਜ਼ੀ ਵੇਚਣ ਵਾਲਿਆਂ ਵਾਂਗੂ। ਸਤਿਗੁਰੂ ਜੀ ਨੇ ਉਸ ਡੱਗੀ ਵਾਲੇ ਨੂੰ ਪੁੱਛਿਆ ਵੀ ਤੇਰੀ ਡੱਗੀ 'ਚ ਹੈ ਕੀ ਹੈ, ਤੇਰੀ ਇਸ ਗਠੜੀ ਵਿੱਚ ਕੀ ਹੈ, ਕੀ ਵੇਚਦਾ ਹੈ ਤੂੰ ਬਈ? ਹਾਂਜੀ। सुनत व्यापारी बचन उचारा लौन तूल ते लंग व्यवहारा। ਕਹਿਣ ਲੱਗਾ ਜੀ ਮੇਰੀ ਗਠੜੀ ਦੇ ਵਿੱਚ, ਮੇਰੀ ਡੱਗੀ ਦੇ ਵਿੱਚ ਲੂਣ ਹੈ, ਤੇਲ ਹੈ, ਕਪਾਹ ਹੈ। ਹੁਣ ਉਹ ਕਿਤੇ ਇਹ ਚੀਜ਼ਾਂ ਉਹਨੂੰ ਸਸਤੀਆਂ ਮਿਲਦੀਆਂ ਹੋਣੀਆਂ ਤੇ 2 ਪੈਸੇ ਬਚ ਕੇ ਸੌਖੀਆਂ ਵਿਕ ਜਾਂਦੀਆਂ ਹੋਣੀਆਂ। ਵੇਖੋ ਵਪਾਰੀ ਦਾ ਚੀਜ਼ਾਂ ਨਾਲ ਲੈਣਾ ਦੇਣਾ ਕੁਛ ਨਹੀਂ ਹੁੰਦਾ। ਜਿਵੇਂ ਅੱਜ ਕੱਲ੍ਹ ਬੜੇ ਬੜੇ ਬੰਦੇ, ਚੰਗੇ ਬੰਦੇ, ਜਿਹੜੇ ਕੋਈ ਸਪੇਅਰ ਪਾਰਟ ਦਾ ਕੰਮ ਕਰਦਾ ਹੋਏਗਾ, ਕੋਈ ਹੋਰ ਵੱਡਾ ਕੰਮ ਕਰਦਾ ਹੋਏਗਾ, ਅੱਜ ਨੂੰ ਮਰਜ਼ੀ ਪੁੱਛ ਲਓ ਕੀ ਬਣਾਉਂਦੇ ਹੋ, ਕਹਿਣਗੇ ਜੀ ਮਾਸਕ ਬਣਾਉਂਦੇ ਆ, ਸੈਨੀਟਾਈਜ਼ਰ ਬਣਾਉਂਦੇ ਆ, ਉਹ ਪੀਪੀ ਕਿੱਟ ਬਣਾਉਂਦੇ ਆ। ਚੰਗੇ ਚੰਗੇ ਜੁੱਤੀਆਂ ਬਣਾਉਣ ਵਾਲੇ ਕਾਰਖਾਨੇ ਦੇ ਵਿੱਚ ਵੱਡੇ ਵੱਡੇ ਸਪੇਅਰ ਪਾਰਟ ਬਣਾਉਣ ਵਾਲੇ ਸਭ ਇੱਧਰ ਲੱਗੇ ਨੇ। ਇਹ ਆਕਸੀਜਨ ਦੇ ਉਹ ਐਕਸੋਮੀਟਰ ਬਣਾਉਂਦੇ ਨੇ। ਚੰਗੇ ਚੰਗੇ ਫੈਕਟਰੀ ਵਾਲਿਆਂ ਨੇ ਆਕਸੀਜਨ ਦੇ ਪਲਾਂਟ ਲਾ ਲਏ ਨੇ। ਉਹਨਾਂ ਸੋਚਿਆ ਵੀ ਸ਼ਾਇਦ ਸਾਰੀ ਉਮਰ ਹੀ ਐਸੇ ਭਾਈ ਵਿਕੇਗੀ, 10,000 ਦਾ 50,000 ਦਾ ਸਿਲੰਡਰ ਵਿਕੇਗਾ। ਅੱਜ ਕਈ ਵਿਚਾਰੇ ਡਿਸਟਰਬ ਤੁਰੇ ਫਿਰਦੇ ਨੇ, ਹੁਣੇ ਹੀ ਹੋ ਗਏ। ਅੱਜ ਦਿੱਲੀ ਵਿੱਚ ਕੋਈ ਆਕਸੀਜਨ ਦੀ ਮਾਰੋ ਮਾਰ ਨਹੀਂ ਹੈ। ਲੋੜ ਹੈ ਪਰ ਮਾਰੋ ਮਾਰ ਕੋਈ ਨਹੀਂ ਹੈ। ਅੱਜ ਤੁਸੀਂ ਕਿਸੇ ਨੂੰ ਕਹੋ ਨਾ ਵੀ ਸਿਲੰਡਰ ਲੈ ਜਾਓ, ਕਹਿੰਦੇ ਕੋਈ ਨਹੀਂ, ਲੋੜ ਪਈ ਤੇ ਲੈ ਜਾਾਂਗੇ। ਇਹ ਉਦੋਂ ਲੋੜ ਸੀ ਜਦੋਂ ਕੁਝ ਲੋਕਾਂ ਨੇ ਸਟਾਕ ਇਕੱਠਾ ਕਰ ਲਿਆ ਵੇਚਣ ਵਾਸਤੇ, ਤੇ ਕੁਝ ਲੋਕਾਂ ਨੇ, ਮੇਰੇ ਵਰਗਿਆਂ ਨੇ, ਡਰਦਿਆਂ ਨੇ ਉਦਾਂ ਹੀ 1-1 2-2 ਸਿਲੰਡਰ ਘਰ ਰੱਖ ਲੈ ਵੀ ਜੇ ਕੱਲ ਨੂੰ ਕੁਝ ਹੋ ਹੀ ਗਿਆ ਤੇ ਘੱਟੋ ਘੱਟ ਸਿਲੰਡਰ ਤੇ ਘਰ ਹੋਏਗਾ ਨਾ। ਉਹ ਡਰ ਜਿਹੜਾ ਸੀ, ਉਹਨੇ ਇਹਦੀ ਕੁਝ ਕਾਲਾ ਬਾਜ਼ਾਰੀ ਨੇ ਗਲਤ ਕੰਮ ਕੀਤਾ, ਕੁਝ ਡਰ ਨੇ ਕਰ ਦਿੱਤਾ। ਨਹੀਂ ਤਾਂ ਆਕਸੀਜਨ ਦਾ ਇੰਨਾ ਘਾਟਾ ਨਹੀਂ ਸੀ ਜਿੰਨੇ ਬੰਦੇ ਮਰ ਗਏ ਆਕਸੀਜਨ ਖੋਣੋਂ। ਹੁਣ ਇਹ ਜਿਹੜਾ ਵਪਾਰੀ ਹੈ, ਵਪਾਰੀ ਦਾ ਤੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਵੀ ਉਹਦਾ ਤੇ ਲੈਣ ਦੇਣੀ ਇਹ ਹੈ, ਜਿਹੜੀ ਚੀਜ਼ ਸਸਤੀ ਮਿਲੇ, ਮਹਿੰਗੀ ਵਿਕੇ, ਉਹਨੇ ਉਹੀ ਵੇਚ ਲੈਣੀ ਹੈ।
ਉਹਦਾ ਕਿਸੇ ਇੱਕ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਇੱਕੋ ਹੀ ਵੇਚਣੀ ਹੈ, ਵਿਕੇ ਨਾ ਵਿਕੇ ਭਾਵੇਂ। ਉਹ ਕਹਿੰਦਾ ਜੀ ਮੇਰੇ ਕੋਲ ਤੇਲ ਹੈ, ਮੇਰੇ ਕੋਲ ਲੂਣ ਹੈ, ਮੇਰੇ ਕੋਲ ਕਪਾਹ ਹੈ। ਹਾਂਜੀ। ਹੇਤ ਜੀਵ ਕਾ ਗ੍ਰਾਮਣ ਫਿਰ ਹੀ ਕਰ ਕੈ ਬਨ ਚ ਲਾਭ ਅਨਸਰ ਹੀ। ਮੇਰੇ ਕੋਲ ਤੂਲ ਹੈ, ਤੂਲ ਤੋਂ ਅਰਥ ਹੈ ਕਪਾਹ, ਤੇਲ ਤੋਂ ਭਾਵ ਹੈ ਤੇਲ, ਲੂਣ ਤੋਂ ਭਾਵ ਹੈ ਨਮਕ। ਹੇਤ ਜੀਵ ਕਾ ਗ੍ਰਾਮਣ ਫਿਰ ਹੀ ਕਰਕੇ ਬਣਜ ਲਾਭ ਅਨੁਸਰ ਹੀ। ਕਹਿੰਦਾ ਜੀ ਪੇਟ ਪਾਲਣ ਵਾਸਤੇ ਪਿੰਡ ਪਿੰਡ ਫਿਰਦਾ ਆ, ਤੇ ਜਿੰਨੇ ਦੀ ਖਰੀਦੀ ਹੁੰਦੀ ਜਦੋਂ ਉਹਦੇ ਤੋਂ ਵੱਧ ਕੀਮਤ ਮਿਲੇ ਤੇ ਵੇਚ ਦੇਣਾ। ਹੁਣ ਖਰੀਦਣ ਵਾਲੇ ਵੀ ਤੇ ਸਾਡੇ ਵਰਗੇ ਹੁੰਦੇ ਨੇ ਨਾ, ਕਈ ਵਾਰੀ ਅਗਲੇ ਦੀ ਚੀਜ਼ 10 ਰੁਪਈਆਂ ਦੀ ਆਈ ਹੁੰਦੀ ਹੈ ਤੇ ਮੇਰੇ ਵਰਗਾ ਕਹਿੰਦਾ 8 ਲੈਣੇ ਆ, ਉਹ ਕਹਿੰਦਾ ਭਾਜੀ ਪੱਲਿਓ ਪੈਸੇ ਪਾ ਕੇ ਥੋੜਾ ਵੇਚਾਂਗਾ। ਉਹ ਫਿਰ ਕਹਿੰਦਾ ਵੀ ਹੈ ਧਰਮ ਨਾਲ ਮੇਰੀ 10 ਰੁਪਏ ਦੀ ਆਈ ਹੈ, ਤੁਸੀਂ 11 ਦੇ ਦਿਓ। ਹੁਣ 11 ਦੇਵਾਂਗੇ ਤਾਂ ਵੇਚ ਦੇਗਾ, ਅਸੀਂ ਕਿ 9 ਦੇ ਦਿਓ, ਕਹੋਗੇ ਜੀ ਰੁਪਈਆ ਪੱਲਿਓ ਪਾ ਕੇ ਕਿੱਥੋਂ ਦੇ ਦਿਆਂ ਮੈਂ। ਤਾਂ ਉਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਇਹੀ ਕਿਹਾ, ਕਹਿਣ ਲੱਗਾ ਜੀ ਪੇਟ ਦੀ ਉਦਰ ਪੂਰਤੀ ਵਾਸਤੇ ਮੈਂ ਵਪਾਰ ਕਰਦਾ, ਜਿੱਥੋਂ ਮੁਨਾਫਾ ਮਿਲੇ ਉੱਥੇ ਮੈਂ ਵੇਚ ਆਉਣਾ, ਜਿੱਥੋਂ ਸਸਤਾ ਮਿਲੇ ਉੱਥੋਂ ਮੈਂ ਖਰੀਦ ਲੈਣਾ। ਹਾਂਜੀ। ਤੇਹ ਗਤ ਦੇਨ ਗੁਰੂ ਤਬ ਬੋਲੇ ਹਮੈ ਦਿਖਾਵੋ ਗਠਰੀ ਖੋਲੇ। ਸਤਿਗੁਰੂ ਜੀ ਨੇ ਉਸ ਨੂੰ ਮੁਕਤੀ ਦੇਣ ਵਾਸਤੇ ਆ ਗਈ, ਦਇਆ ਆ ਗਈ ਮਨ ਵਿੱਚ। ਸਤਿਗੁਰੂ ਦੀ ਉਹਦੇ ਤੇ ਨਜ਼ਰੇ ਇਨਾਇਤ ਹੋਈ, ਕਿਰਪਾ ਹੋ ਗਈ। ਕਹਿਣ ਲੱਗੇ ਗਠੜੀ ਖੋਲ ਕੇ ਵਿਖਾ, ਲਿਆ ਵੇਖੀ ਸੀ ਤੇਰੀ ਗਠੜੀ ਵਿੱਚ ਹੋਰ ਕੀ ਹੈ। ਹਾਂਜੀ। ਸੁਨ ਕੰਧੇ ਤੇ ਤਾਹੇ ਉਤਾਰੀ ਖੋਲ ਗੰਠ ਧਰ ਦੀਨ ਅਗਾਰੀ। ਉਹਨੇ ਮੋਢੇ ਤੋਂ ਗੰਢ ਉਤਾਰੀ, ਖੋਲ ਕੇ ਸਤਿਗੁਰਾਂ ਦੇ ਸਨਮੁਖ ਰੱਖ ਦਿੱਤੀ। ਹਾਂਜੀ। ਤੋਲਨ ਹੇਤ ਜੇ ਪਾਹਨ ਪਾਏ ਸ਼੍ਰੀ ਪ੍ਰਭ ਨੇ ਸੋ ਹਾਥੀ ਉਚਾਏ। ਸਤਿਗੁਰੂ ਜੀ ਨੇ ਵੇਖਿਆ ਉਹਦੀ ਗੰਢ ਦੇ ਵਿੱਚ ਵੱਟੇ ਵੀ ਸਨ, ਭਾਰ, ਜਿਹਦੇ ਨਾਲ ਉਹ ਚੀਜ਼ ਤੋਲ ਕੇ ਦਿੰਦਾ ਸੀ। ਦੇਖੋ ਕਿੰਨੀ ਮਿਹਨਤ ਹੋਏਗੀ, ਕੱਲਾ ਵੇਚਣ ਵਾਲਾ ਸਮਾਨ ਨਹੀਂ ਚੁੱਕਿਆ ਉਹਨੇ, ਜਿਨ੍ਹਾਂ ਵੱਟਿਆਂ ਦੇ ਨਾਲ ਸਮਾਨ ਤਕੜੀ ਵਿੱਚ ਤੋਲਣਾ ਹੈ ਉਹ ਤਕੜੀ ਤੇ ਵੱਟੇ ਵੀ ਚੁੱਕੇ ਹੋਏ ਨੇ। ਹਾਂਜੀ। ਬੂਜਨ ਕੇ ਹਿਤ ਗਿਰਾ ਉਚਾਰੀ ਇਨਕੋ ਨਾਉ ਬਤਾਓ ਵਪਾਰੀ। ਸਤਿਗੁਰੂ ਕਹਿਣ ਲੱਗੇ ਭਾਈ ਇਹ ਤੇਰੇ ਵੱਟਿਆਂ ਦੇ ਨਾਂ ਕੀ ਨੇ, ਇਹ ਜਿਹੜੇ ਵੱਟੇ ਨੇ ਤੂੰ ਇਹਨਾਂ ਦਾ ਕੀ ਨਾਂ ਰੱਖਿਆ। ਜਿਵੇਂ ਅੱਜ ਅਸੀਂ ਵੇਖਦੇ ਹਾਂ ਕੋਈ 5 ਕਿਲੋ ਦਾ ਹੈ, ਕੋਈ 2 ਕਿਲੋ ਦਾ ਹੈ, ਕੋਈ 1 ਕਿਲੋ ਦਾ ਹੈ, ਕੋਈ ਅੱਧੇ ਕਿਲੋ ਦਾ ਹੈ, ਕੋਈ 200 ਗ੍ਰਾਮ ਦਾ ਹੈ, ਕੋਈ 100 ਗ੍ਰਾਮ ਦਾ ਹੈ, ਕੋਈ 50 ਗ੍ਰਾਮ ਦਾ ਹੈ। ਵੱਟੇ ਇੱਦਾਂ ਹੀ ਹੁੰਦੇ ਨੇ। 300 ਗ੍ਰਾਮ ਦਾ ਵੱਟਾ ਮੈਂ ਨਹੀਂ ਵੇਖਿਆ। ਉਹ ਬਣਦਾ ਕਿਵੇਂ ਸੀ? 100 ਦਾ ਤੇ 200 ਦਾ ਜੋੜ ਕੇ 300 ਦਾ ਹੋ ਗਿਆ। 900 ਗ੍ਰਾਮ ਵੀ ਇੱਦਾਂ ਹੀ ਬਣਦਾ ਸੀ ਕਿ ਅੱਧੇ ਕਿਲੋ ਦੇ ਨਾਲ 200 ਗ੍ਰਾਮ ਦੇ ਹੋਰ 2 ਵੱਟੇ ਚੜਾ ਦਿੱਤੇ। ਜੇ ਇੱਦਾਂ ਨਹੀਂ ਤੇ ਇੱਕ ਬੰਨੇ ਕਿਲੋ ਪਾ ਲਿਆ ਤੇ 100 ਗ੍ਰਾਮ ਦਾ ਵੱਟਾ ਜਿਹੜਾ ਸਮਾਨ ਵਾਲੇ ਪਾਸੇ ਰੱਖ ਦਿੱਤਾ, ਆਪੇ 900 ਰਹਿ ਗਿਆ। ਸਤਿਗੁਰੂ ਜੀ ਨੂੰ ਉਹਨੇ ਦੱਸਿਆ ਵੀ ਆਹ ਮੇਰੇ ਵੱਟੇ ਨੇ, ਇਹਨਾਂ ਵੱਟਿਆਂ ਦੇ ਆਹ ਨਾਮ ਨੇ। ਹਾਂਜੀ। ਪੰਜ ਸੇਰ ਦੋ ਸੇਰ ਇੱਕ ਸੇਰ ਏਕ ਇਹ ਆਹੇ। ਕਹਿਣ ਲੱਗਾ ਜੀ ਇੱਕ ਵੱਟਾ 5 ਸੇਰ ਦਾ ਹੈ, ਇੱਕ ਵੱਟਾ 2 ਸੇਰ ਦਾ ਹੈ, ਇੱਕ ਵੱਟਾ ਮੇਰਾ 1 ਸੇਰ ਦਾ ਹੈ। ਹਾਂਜੀ। ਪਾਓ ਏਕ ਕੋ ਨਾਉ ਹੈ ਜੋ ਤੁਮਰੇ ਕਰ ਮਾਹੇ। ਇੱਕ ਛੋਟਾ ਜਿਹਾ ਸੀ, ਕਹਿਣ ਲੱਗਾ ਜੀ ਇਹਨੂੰ ਪਾਓ ਕਹਿੰਦੇ ਨੇ, ਪਾਈਆ ਕਹਿ ਦਿਓ, ਪਾਓ ਕਹਿ ਦਿਓ। ਕਹਿਣ ਲੱਗਾ ਜੀ ਜਿਹੜਾ ਤੁਹਾਡੇ ਹੱਥ ਵਿੱਚ ਹੈ ਇਹਨੂੰ ਪਾਓ ਕਹਿੰਦੇ ਨੇ, ਪਾਈਆ ਕਹਿੰਦੇ ਨੇ। ਹਾਂਜੀ। ਸੁਨ ਗੁਰ ਕਹੈ ਧਨ ਇਹ ਪਾਓ ਜਿਨ ਆਪਣੋ ਲਗ ਨਾਮ ਤਰਾਓ। ਸਤਿਗੁਰੂ ਕਹਿਣ ਲੱਗੇ ਇਹ ਚੰਗਾ ਹੈ, 5 ਦਾ ਤੇ ਤਾਂ ਵੀ ਸੇਰ ਹੈ 5 ਸੇਰ, 2 ਦਾ ਤੇ ਤਾਂ ਵੀ ਸੇਰ ਹੈ 2 ਸੇਰ, 1 ਦਾ ਹੈ 1 ਕਿਲੋ ਦਾ, ਜਿਵੇਂ ਆਪਾਂ ਕਹਿ ਦਈਏ ਮਤਲਬ 5 ਕਿਲੋ ਦਾ ਹੈ ਤੇ 5 ਤੇ ਆਇਆ ਤੇ ਮਗਰ ਕਿਲੋ ਹੀ ਆਇਆ ਹੈ। 2 ਦਾ ਤੇ ਫਿਰ 2 ਕਿਲੋ ਹੈ, 1 ਦਾ ਤੇ 1 ਕਿਲੋ ਹੈ। 5 ਦਾ ਵੱਟਾ ਸੀ ਤੇ 5 ਸੇਰ, 2 ਦਾ ਤੇ 2 ਸੇਰ, 1 ਦਾ ਤੇ 1 ਸੇਰ।
ਰਿਹਾ ਤੇ ਸ਼ੇਰ ਹੀ ਨਾ। ਹਾਂਜੀ। पूजन जोग इही हम जाना, सुनो कान दे कर मरदाना। ਪਰ ਇਹਦੇ ਨਾਲੋਂ ਪਾਓ ਦਾ ਵੱਟਾ ਚੰਗਾ ਹੈ, ਘੱਟੋ ਘੱਟ ਉਹਦਾ ਨਾਂ ਤੇ ਵੱਖਰਾ ਹੈ। ਉਹ ਦੂਜੇ ਵੱਟਿਆਂ ਦੇ ਵਿੱਚ ਰਲਿਆ ਤੇ ਨਹੀਂ ਨਾ, ਉਹਨੇ ਆਪਣਾ ਨਾਮ ਵੱਖਰਾ ਰਖਾਇਆ ਹੈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਇਹ ਪੂਜਣ ਯੋਗ ਹੈ, ਜਿਹਨੇ ਆਪਣਾ ਨਾਮ ਵੱਖਰਾ ਰਖਾਇਆ ਹੋਇਆ ਹੈ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।